हालेलुया। आओ कड्डांगे याकूब 2:19। याकूब 2:19 कड्डांगे। तू निश्चय रखता है जो खुदा इको है, ਇਹ ਤੂੰ ਅੱਛਾ ਕਰਦਾ ਹੈ। ਭੂਤ ਇਹੋ ਨਿਸ਼ਚਾ ਕਰਦੇ ਹਨ ਅਤੇ ਕੰਬਦੇ ਹਨ, ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਨਹੀਂ ਜਾਣਿਆ ਹੈ ਭਈ ਅਮਲਾ ਬਾਝੋਂ ਨਿਸ਼ਚਾ ਅਕਾਰਥ ਹੈ ਕਿ ਸਾਡਾ ਪਿਤਾ ਅਬਰਾਹਮ ਅਮਲਾ ਨਾਲ ਧਰਮੀ ਨਹੀਂ ਠਹਿਰਾਇਆ ਗਿਆ, ਜਦੋਂ ਉਸਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ। ਤੂੰ ਵੇਖਦਾ ਹੈ ਭਈ ਨਿਸ਼ਚਾ ਉਸਦੇ ਅਮਲਾ ਨਾਲ ਗੁਣਕਾਰ ਹੋਈ ਅਤੇ ਅਮਲਾ ਤੋਂ ਨਿਸ਼ਚਾ ਸੰਪੂਰਨ ਹੋਈ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਮ ਨੇ ਖੁਦਾ ਦੀ ਪ੍ਰਤੀਤ ਕੀਤੀ ਅਤੇ ਉਸ ਦੇ ਲਈ ਧਰਮ ਗਿਣੀ ਗਈ ਅਤੇ ਉਹ ਖੁਦਾ ਦਾ ਮਿੱਤਰ ਸਦਾਇਆ। ਤੁਸੀਂ ਵੇਖਦੇ ਹੋ ਭਈ ਮਨੁੱਖ ਨਿਰੀ ਨਿਸ਼ਚਾ ਨਾਲ ਹੀ ਨਹੀਂ ਸਗੋਂ ਅਮਲਾ ਨਾਲ ਧਰਮੀ ਠਹਿਰਾਇਆ ਜਾਂਦਾ ਹੈ ਅਤੇ ਉਸੇ ਪ੍ਰਕਾਰ ਰਹਾਬ ਵੈਸ਼ਿਆ ਵੀ ਅਮਲਾ ਨਾਲ ਧਰਮੀ ਨਾ ਠਹਿਰਾਈ ਗਈ, ਜਦੋਂ ਉਸਨੇ ਹਲਕਾਰੀਆਂ ਨੂੰ ਘਰ ਉਤਾਰਿਆ ਅਤੇ ਉਹਨਾਂ ਨੂੰ ਦੂਜੇ ਰਾਹ ਥਾਣੀ ਤੋਰ ਦਿੱਤਾ। ਜਿਕਰ ਆਤਮਾ ਬਾਜੋ ਸਰੀਰ ਮੁਰਦਾ ਹੈ, ਤਿਕੁਰ ਹੀ ਅਮਲਾ ਬਾਜੋ ਨਿਸ਼ਚਾ ਮੁਰਦਾ ਹੈ। ਖੁਦਾ ਦੇ ਪੜੇ ਹੋਏ ਵਚਨ ਦੇ ਲਈ ਖੁਦਾ ਦਾ ਧੰਨਵਾਦ ਕਰਾਂਗੇ। ਆਓ ਸਭ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਸੱਚਮੁੱਚ ਮੇਰੇ ਮਹਾਨ ਪਿਤਾ ਖੁਦਾਵੰਦ ਪ੍ਰਭੂ ਯਿਸੂ ਮਸੀਹ, खुदावंद प्रभु यीशु मसीह, विश्वास करना एक अलग गल है खुदावंदा, लेकिन मेरे महान पिता उसको प्रतिक्रिया विच लियाना एक अलग गल है खुदावंद, क्योंकि तेरा वचन दसदा है भूत भी विश्वास करते हैं खुदावंदा, लेकिन मेरे महान पिता खुदावंद वो कर्म नहीं कर सकते। लेकिन मेरे महान पिता जोड़ा मनुख जिंदा है अज खुदावंद वो कर्म कर सकता है, ते मेरे महान पिता कल्ला विश्वास काम नहीं करेगा जिद तक खुदावंद प्रभु जी कर्म नाल नहीं हैं खुदावंदा। जिद तक कोई मनुख खुदावंदा तेरे कमां नूं नहीं करता प्रभु जी, नूह ने तेरे ऊपर विश्वास किया सी खुदावंद प्रभु जी, ते जो तू उसनूं कहा खुदावंद उसने उसे तरह काम भी किए खुदावंद। ते सचमुच खुदावंद इसे तरह मेरे महान पिता अब्राहम ने भी तेरे ते विश्वास किया, ते खुदावंद जो तू अपने पुत्र इसहाक उसनूं बलि देण लई कहा खुदावंद, ते उसने अपने पुत्र इसहाक दी बलि भी प्रभु जी देण लई चला गया खुदावंद, इस करके उसनूं विश्वास दा पिता कहा जाता है। सचमुच मेरे महान पिता कल्ला विश्वास नहीं सगों प्रभु जी जो तेरा वचन दसदा है प्रभु जी उसके वचन नूं पूरा करना भी बहुत जरूरी है खुदावंद। तू मेरे महान पिता आज दे छोटे संदेश को खोलना है खुदावंद, ताकि प्रभु यीशु मसीह हर कोई तेरे वचन को समझ सके, तेरे अंत समय दे संदेश को समझ सके खुदावंदा, क्योंकि खुदावंद तू इस दूत ਨੂੰ प्रभु जी ਸਾਡੇ ਲਈ ਭੇਜਿਆ ਜਿਹਦਾ ਨਾਮ ਭਾਈ ਵਿਲੀਅਮ ਬ੍ਰੈਨਮ ਹੈ, ਜਿਹਦੇ ਦੁਆਰਾ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਖੋਲ ਦਿੱਤੀ ਗਈ खुदावंदा, ਤੇ ਸਭੇ ਗੁਪਤ ਭੇਦ ਸੰਪੂਰਨ ਕਰ ਦਿੱਤੇ ਗਏ ਹਨ खुदावंद। तेरा ਧੰਨਵਾਦ ਕਰਦੇ ਹਾਂ प्रभु यीशु मसीह, सारा आदर जलाल महिमा तेरे सामर्थी जिंदा जलाली नाम दिंदे हैं, आमीन। हालेलुया। खुदा दे पवित्र नाम की तारीफ होवे। ਅਸੀਂ ਪੜਿਆ ਆ ਯਾਕੂਬ 2:19 ਵਿੱਚੋਂ ਇਹ ਕਹਿੰਦੇ ਨਿਸ਼ਚਾ ਰੱਖਣੀ ਵਧੀਆ ਗੱਲ ਹੈ, लेकिन कर्म करना बहुत जरूरी है। बाइबल बयान करती कर्म करना बहुत जरूरी है, ठीक है ना। बाइबल च साफ लिखिया उसने क्या भी तू निश्चय रखता है सो खुदा इको है, कहना बहुत ਵਧੀਆ ਗੱਲ ਆ ਵੀ ਤੁਸੀਂ ਨਿਸ਼ਚਾ ਰੱਖਦੇ ਹੋ। ਭੂਤ ਇਹੋ ਨਿਸ਼ਚਾ ਕਰਦੇ ਹਨ ਅਤੇ ਕੰਬਦੇ ਹਨ। ਭੂਤ ਵੀ ਨਿਸ਼ਚਾ ਕਰਦੇ ਆ, लेकिन ਭੂਤ कर्म नहीं कर सकते। ਜਿਹੜਾ ਬੰਦਾ ਇਸ ਧਰਤੀ ਤੋਂ ਚਲਾ ਗਿਆ ਉਹ कर्म नहीं कर सकता, ਉਹਨਾਂ ਦੀ ਦੁਨੀਆ ਇੱਕ ਅਲੱਗ ਦੁਨੀਆ ਹੈ। लेकिन ਜਿਹੜਾ ਮਨੁੱਖ ਜਿਉਂਦਾ ਹੈ ਇਸ ਸਮੇਂ ਧਰਤੀ ਤੇ ਹੈ ਉਹ कर्म कर सकता है, ਉਹ वचन ਨੂੰ पूरा कर सकता है, लेकिन ਕੱਲਾ विश्वास करना काफी नहीं है। ਅਸੀਂ ਬਾਈਬਲ ਚ ਪੜਿਆ ਆ ਬਹੁਤ ਰਸੂਲਾਂ ਨਬੀਆਂ ਨੇ ਵਿਸ਼ਵਾਸ ਕੀਤਾ, लेकिन ਉਹਨਾਂ ਨੇ कर्म भी ਕੀਤੇ। शरदक मेशक अबेदनगो ने विश्वास किया, लेकिन उन्होंने कर्म भी किया। ਅਸੀਂ ਵੇਖਦੇ ਹਾਂ खुदा ਦੇ ਲੋਕ विश्वास भी करते हैं ते कर्म भी करते हैं। तू ਵੇਖਦਾ है ਭਈ ਨਿਸ਼ਚਾ ਉਸਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਸ਼ਚਾ ਸੰਪੂਰਨ ਹੋਈ ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਮ ਨੇ खुदा ਦੀ ਪ੍ਰਤੀਤ ਕੀਤੀ, ਇਸ ਲਈ ਉਸਦੇ ਲਈ ਧਰਮ ਗਿਣੀ ਗਈ ਅਤੇ ਉਸਨੇ खुदा ਦਾ ਮਿੱਤਰ ਉਹ ਸਦਾਇਆ। ਹੁਣ खुदा ਦਾ ਮਿੱਤਰ ਅਬਰਾਹਮ ਇਸ ਤਰ੍ਹਾਂ ਨਹੀਂ ਸਦਾਇਆ ਸੀ, ਉਹਨੇ खुदा ਨੇ ਜੋ ਉਸਨੂੰ ਕਿਹਾ ਉਹ ਵਿਸ਼ਵਾਸ ਵੀ ਕਰਦਾ ਸੀ ਤੇ ਉਹ खुदा ਦਾ ਕਹਿਣਾ ਵੀ ਮੰਨਦਾ ਸੀ, ਉਹ ਕਰਮ ਵੀ ਕਰਦਾ ਸੀਗਾ। ਕਹਿਣ ਦਾ ਮਤਲਬ ਕੱਲਾ ਵਿਸ਼ਵਾਸ ਨਹੀਂ, ਵਿਸ਼ਵਾਸ ਭੂਤ ਵੀ ਕਰਦੇ ਹਨ। ਜੇ ਕੋਈ ਅੱਜ ਕਹਿੰਦਾ ਵੀ ਮੈਂ ਵਿਸ਼ਵਾਸ ਕਰਦਾ ਹਾਂ ਸਮੇਂ ਦੇ ਸੰਦੇਸ਼ ਤੇ ਭਾਈ ਬ੍ਰਾਨਮ ਤੇ ਵਿਸ਼ਵਾਸ ਕਰਦਾ ਹਾਂ, ਮੈਂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲਿਆ, ਇੰਨਾ ਕਾਫੀ ਨਹੀਂ ਆ। ਜਦੋਂ ਤੱਕ ਕੋਈ ਮਨੁੱਖ ਵਚਨ ਦੇ ਉੱਪਰ ਪੂਰਾ ਨਹੀਂ ਠਹਿਰਦਾ, ਉਹ ਵਚਨ ਨੂੰ ਪੂਰਾ ਨਹੀਂ ਕਰਦਾ, ਉਹ ਝੂਠਾ ਹੈ। क्योंकि विश्वास तो भूत भी करते हैं भी यीशु मसीह कोई खुदा है, 2 या 3 खुदा नहीं है। विश्वास करना काफी नहीं है, कर्म करना भी जरूरी है। बाइबल यही बयान कर दी, जिस तक कोई कर्म नहीं करता
ਉਹ ਖੁਦਾ ਤੋਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇਸ ਆਪ ਤੇ ਸਪਸ਼ਟ ਕਿਹਾ ਗਿਆ ਹੈ, ਠੀਕ ਹੈ ਨਾ। ਜਿਕਰ ਆਤਮਾ ਬਾਝੋ ਸਰੀਰ ਮੁਰਦਾ ਹੈ, ਤਿਕੁਰ ਹੀ ਅਮਲਾ ਬਾਝੋ ਨਿਸ਼ਚਾ ਮੁਰਦਾ ਹੈ। ਬਾਈਬਲ ਬਿਆਨ ਕਰਦੀ ਜਿੱਦਾਂ ਆਤਮਾ ਬਾਝੋ ਸਰੀਰ ਮੁਰਦਾ ਹੈ, ਉਸੇ ਤਰ੍ਹਾਂ ਜੇ ਤੁਸੀਂ ਅਮਲ ਨਹੀਂ ਕਰਦੇ, ਅਮਲਾ ਬਾਝੋ ਨਿਸ਼ਚਾ ਆ ਜਿਹੜੀ ਤੁਹਾਡੀ ਨਿਸ਼ਚਾ ਆ ਉਹ ਵੀ ਮੁਰਦਾ ਹੈ। ਇਸ ਕਰਕੇ ਨਿਸ਼ਚਾ ਦੇ ਨਾਲ ਨਾਲ ਕਰਮ ਵੀ ਕਰਨਾ, ਵਿਸ਼ਵਾਸ ਤਾਂ ਕੀਤਾ ਲੇਕਿਨ ਕਰਮ ਕਰਨਾ ਬਹੁਤ ਜ਼ਰੂਰੀ ਹੈ। ਜੇ ਕੋਈ ਮਨੁੱਖ ਕਰਮ ਨਹੀਂ ਕਰਦਾ ਫਿਰ ਉਹ ਇੱਕ ਝੂਠਾ ਮਨੁੱਖ ਆ, ਕਿਉਂਕਿ ਨਬੀ ਨੇ ਕਿਹਾ ਆ, ਸਾਡੀ ਬਾਈਬਲ ਬਿਆਨ ਕਰਦੀ ਆ ਵੀ ਜੇ ਕੋਈ ਬੰਦਾ ਵਿਸ਼ਵਾਸ ਕਰਦਾ ਤੇ ਉਹਦਾ ਵਿਸ਼ਵਾਸ ਕੋਈ ਕਾਫੀ ਜ਼ਿਆਦਾ, ਕੋਈ ਵੱਡੀ ਗੱਲ ਨਹੀਂ ਵਿਸ਼ਵਾਸ ਕਰਨਾ। ਵਿਸ਼ਵਾਸ ਤਾਂ ਭੂਤ ਵੀ ਕਰਦੇ ਆ, ਜਦੋਂ ਕਿਹਾ ਜਾਂਦਾ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਨਿਕਲ ਤੇ ਭੂਤ ਵੀ ਨਿਕਲ ਕੇ ਚਲੇ ਜਾਂਦੇ ਆ। ਲੇਕਿਨ ਕੱਲਾ ਵਿਸ਼ਵਾਸ ਨਹੀਂ, ਕਰਮ ਵੀ ਜ਼ਰੂਰੀ ਹੈ। ਜੇ ਕੋਈ ਕਰਮ ਨਹੀਂ ਕਰਦਾ ਤੇ ਇੱਕ ਝੂਠਾ ਮਨੁੱਖ ਗਿਣਿਆ ਜਾਂਦਾ ਆ, ਕਿਉਂਕਿ ਵਿਸ਼ਵਾਸ ਭੂਤ ਵੀ ਕਰਦੇ ਹਨ। ਇਸ ਕਰਕੇ ਵਿਸ਼ਵਾਸ ਵੀ ਕਰਨਾ ਹੈ ਤੇ ਕਰਮ ਵੀ ਕਰਨਾ ਹੈ, ਫਿਰ ਤੁਸੀਂ ਖਰੇ ਉਤਰ ਸਕਦੇ ਹੋ। ਇਸ ਤਰ੍ਹਾਂ ਕੋਈ ਵੀ ਮਨੁੱਖ ਖਰਾ ਨਹੀਂ ਉਤਰ ਸਕਦਾ। ਆਓ ਅਸੀਂ ਕੱਢਾਂਗੇ ਕੂਚ 4 ਦੀ 1, ਕੂਚ 4 ਦੀ 1। ਹੁਣ ਖੁਦਾਵੰਦ ਕੀ ਕਰਦਾ? ਖੁਦਾਵੰਦ ਆਪਣੇ ਲੋਕਾਂ ਨੂੰ ਤਿਆਰੀ ਕਰਵਾਉਂਦਾ ਆ। ਤੁਸੀਂ ਦੇਖਿਆ ਹੈ ਜਦੋਂ ਤੱਕ ਖੁਦਾ ਉਹਨੇ ਆਪਣੇ ਨਬੀਆਂ ਰਸੂਲਾਂ ਨੂੰ ਇਸਤੇਮਾਲ ਕੀਤਾ, ਉਹਨੇ ਆਪਣੇ ਨਬੀਆਂ ਰਸੂਲਾਂ ਨੂੰ ਤਿਆਰੀ ਕਰਵਾਈ। ਤਿਆਰੀ ਕਿਸ ਚੀਜ਼ ਦੀ ਕਰਾਈ? ਕਿਉਂਕਿ ਤਾਂ ਕਿ ਉਹ ਵਚਨ ਦੇ ਉੱਪਰ ਉਹਨਾਂ ਨੂੰ ਖੜਾ ਕਰ ਸਕੇ, ਉਹਨਾਂ ਦੀ ਨੀਂਹ ਮਜ਼ਬੂਤ ਕਰ ਸਕੇ। ਜਦੋਂ ਵੀ ਖੁਦਾ ਨੇ ਕਿਸ ਤੋਂ ਕੰਮ ਲੈਣਾ ਚਾਹਿਆ, ਖੁਦਾ ਨੇ ਉਹਨਾਂ ਤੋਂ ਤਿਆਰੀ ਕਰਵਾਈ, ਆਪਣੇ ਆਤਮਾ ਦੁਆਰਾ ਉਹਨਾਂ ਨੂੰ ਸਿਖਾਇਆ ਵੀ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰਨਾ। ਆਓ ਅਸੀਂ ਕੱਢਾਂਗੇ ਕੂਚ 4 ਦੀ 1। ਤਾਂ ਮੂਸਾ ਨੇ ਉੱਤਰ ਦਿੱਤਾ ਕਿ ਵੇਖ, ਉਹ ਮੇਰੀ ਪ੍ਰਤੀਤ ਨਾ ਕਰਨਗੇ, ਨਾ ਮੇਰੀ ਆਵਾਜ਼ ਸੁਣਨਗੇ, ਸਗੋਂ ਉਹ ਆਖਣਗੇ ਯਹੋਵਾ ਨੇ ਤੈਨੂੰ ਦਰਸ਼ਨ ਨਹੀਂ ਦਿੱਤਾ। ਹੁਣ ਮੂਸਾ ਖੁਦਾ ਨੂੰ ਕਹਿ ਰਿਹਾ ਆ ਵੀ ਤੂੰ ਕਹਿੰਦਾ ਵੀ ਇਜ਼ਰਾਈਲੀਆਂ ਦੇ ਕੋਲ ਜਾ, ਉਹਨਾਂ ਨੇ ਵਿਸ਼ਵਾਸ ਨਹੀਂ ਕਰਨਾ ਮੇਰੇ ਤੇ। ਉਹ ਕਹਿਣਗੇ ਤੈਨੂੰ ਖੁਦਾ ਨੇ ਦਰਸ਼ਨ ਨਹੀਂ ਦਿੱਤਾ। ਤਾਂ ਯਹੋਵਾ ਨੇ ਉਸ ਨੂੰ ਆਖਿਆ ਤੇਰੇ ਹੱਥ ਵਿੱਚ ਕੀ ਹੈ? ਉਸ ਆਖਿਆ ਢਾਂਗਾ। ਉਹ ਕਹਿੰਦਾ ਤੇਰੇ ਹੱਥ 'ਚ ਕੀ? ਉਹ ਕਹਿੰਦਾ ਮੇਰੇ ਹੱਥ ਵਿੱਚ ਢਾਂਗਾ ਹੈ। ਤਾਂ ਉਸਨੇ ਆਖਿਆ ਇਸ ਨੂੰ ਧਰਤੀ ਉੱਤੇ ਸੁੱਟ ਦੇ। ਤਾਂ ਉਸਨੇ ਧਰਤੀ ਉੱਤੇ ਸੁੱਟ ਦਿੱਤਾ, ਉਹ ਸੱਪ ਬਣ ਗਿਆ ਅਤੇ ਮੂਸਾ ਉਸਦੇ ਅੱਗੋਂ ਭੱਜਾ। ਯਹੋਵਾ ਨੇ ਮੂਸਾ ਨੂੰ ਆਖਿਆ ਆਪਣਾ ਹੱਥ ਵਧਾ ਕੇ ਉਸ ਨੂੰ ਪੂੰਛੋਂ ਫੜ ਲੈ। ਅਤੇ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਪੂੰਛੋਂ ਫੜ ਲਿਆ ਅਤੇ ਉਹਦੇ ਹੱਥ ਵਿੱਚ ਢਾਂਗਾ ਬਣ ਗਿਆ। ਤਾਂ ਜੋ ਉਹ ਪ੍ਰਤੀਤ ਕਰਨ ਪਈ ਯਹੋਵਾ ਉਹਨਾਂ ਦੇ ਪਿਓ ਦਾਦੀਆਂ ਦੇ ਖੁਦਾ, ਅਬਰਾਹਮ ਦੇ ਖੁਦਾ, ਇਸਹਾਕ ਦੇ ਖੁਦਾ, ਯਕੂਬ ਦੇ ਖੁਦਾ ਨੇ ਤੈਨੂੰ ਦਰਸ਼ਨ ਦਿੱਤਾ। ਯਹੋਵਾ ਨੇ ਉਸ ਨੂੰ ਹੋਰ ਇਹ ਆਖਿਆ ਹੁਣ ਤੂੰ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖ। ਤਾਂ ਜੋ ਆਪਣਾ ਹੱਥ ਆਪਣੀ ਹਿੱਕ ਉੱਤੇ ਰੱਖਿਆ ਤਾਂ ਉਸਨੇ ਉਸ ਚੋਂ ਕੱਢਿਆ ਤਾਂ ਵੇਖੋ ਉਸਦਾ ਹੱਥ ਕੋੜ ਨਾਲ ਬਰਫ਼ ਵਰਗਾ ਹੋ ਗਿਆ। ਹੁਣ ਮੂਸਾ ਨੂੰ ਖੁਦਾ ਸਿਖਾ ਰਿਹਾ ਆ, ਇਸਰਾਇਲ ਦੇ ਵਿੱਚ ਆਪਣੇ ਲੋਕਾਂ ਵਿੱਚ ਭੇਜਣ ਤੋਂ ਪਹਿਲਾਂ ਉਸ ਨੂੰ ਦੱਸ ਰਿਹਾ ਵੀ ਮੈਂ ਤੁਹਾਨੂੰ ਚਿੰਨ੍ਹ ਦੇ ਰਿਹਾ ਆ। ਉਹਨੂੰ ਚਿੰਨ੍ਹ ਦੇ ਰਿਹਾ ਸੀ, ਉਹਨੂੰ ਸਿਖਾ ਰਿਹਾ ਸੀ, ਕਿਉਂਕਿ ਖੁਦਾਵੰਦ ਬਿਨਾਂ ਸਿਖਾਏ ਆਪਣੇ ਲੋਕਾਂ ਦੇ ਵਿੱਚ ਆਪਣੇ ਨਬੀਆਂ ਰਸੂਲਾਂ ਨੂੰ ਨਹੀਂ ਭੇਜਦਾ। ਉਹ ਕੁਛ ਨਾ ਕੁਛ ਚਿੰਨ੍ਹ ਦਿੰਦਾ ਆ, ਕੁਛ ਨਾ ਕੁਛ ਉਹਨਾਂ ਨੂੰ ਦਿੰਦਾ ਆ ਤਾਂ ਕਿ ਲੋਕ ਉਹਦੇ ਉੱਪਰ ਵਿਸ਼ਵਾਸ ਕਰ ਸਕਣ। ਤੇ ਇਹ ਮੂਸਾ ਜਿਹੜਾ ਸੀਗਾ, ਮੂਸਾ ਨੇ ਕਿਹਾ ਸੋ ਉਸ ਦੀ ਪ੍ਰਤੀਤ ਕਰਨ ਪਈ ਯਹੋਵਾ ਨੇ ਉਸਦੇ ਪਿਓ ਦਾਦਿਆਂ ਦੇ ਖੁਦਾ ਨੇ, ਇਸਹਾਕ ਦੇ ਖੁਦਾ ਨੇ ਤੈਨੂੰ ਭੇਜਿਆ ਹੈ। ਉਸਨੇ ਆਪਣਾ ਹੱਥ ਆਪਣੀ ਹਿੱਕ ਉੱਤੇ ਫਿਰ ਰੱਖਿਆ ਤਾਂ ਜਦ ਬਾਹਰ ਕੱਢਿਆ ਉਸਦੇ ਬਾਕੀ ਸਰੀਰ ਵਰਗਾ ਹੋ ਗਿਆ। ਫਿਰ ਐਂ ਹੋਇਆ ਭਈ ਜੇ ਉਹ ਤੇਰੀ ਪ੍ਰਤੀਤ ਨਾ ਕਰਨ, ਨਾ ਹੀ ਪਹਿਲੇ ਨਿਸ਼ਾਨ ਦਾ ਮਤਲਬ ਮੰਨਣ ਜਾਂ ਦੂਜੇ ਨਿਸ਼ਾਨ ਦਾ ਮਤਲਬ ਉੱਤੇ ਪ੍ਰਤੀਤ ਕਰਨ, ਅਤੇ ਐਂ ਹੋਵੇਗਾ ਭਈ ਜੇਕਰ ਉਹ ਇਹਨਾਂ ਦੋਹਾਂ ਨਿਸ਼ਾਨਾਂ ਉੱਤੇ ਪ੍ਰਤੀਤ ਨਾ ਕਰਨ ਤਾਂ ਤੇਰੀ ਆਵਾਜ਼ ਨਾ ਸੁਣਨ, ਤਾਂ ਤੂੰ ਦਰਿਆ ਦਾ ਪਾਣੀ ਲੈ ਕੇ ਸੁੱਕੀ ਭੌਂ ਉੱਤੇ ਡੋਲੀ। ਉਹ ਪਾਣੀ ਜਿਹੜਾ ਤੂੰ ਦਰਿਆ ਤੋਂ ਲਵੇਂਗਾ ਉਸ ਭੌਂ ਉੱਤੇ ਲਹੂ ਹੋ ਜਾਵੇਗਾ। ਹੁਣ ਖੁਦਾ ਨੇ ਉਹਨੂੰ ਚਿੰਨ੍ਹ ਦਿੱਤੇ ਆਪਣੇ ਲੋਕਾਂ ਵਿੱਚ ਭੇਜਣ ਤੋਂ ਪਹਿਲਾਂ। ਖੁਦਾ ਮੂਸਾ ਨੂੰ ਸਿਖਾ ਰਿਹਾ ਸੀਗਾ, ਕਿਉਂਕਿ ਖੁਦਾਵੰਦ ਤਿਆਰੀ ਕਰਵਾਉਂਦਾ ਆ। ਖੁਦਾਵੰਦ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਤਿਆਰੀ ਕਰਵਾਉਂਦਾ। ਜਿਹਨੂੰ ਉਹਨੇ ਭੇਜਣਾ ਹੁੰਦਾ ਆ ਉਹਦੀ ਵੀ ਖੁਦਾ ਪੂਰੀ ਤਿਆਰੀ ਕਰਕੇ ਭੇਜਦਾ ਆ ਵੀ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਬਚਾਉਣਾ ਆ। ਤੇ ਅਸੀਂ ਵੇਖਦੇ ਆ ਕਿੱਦਾਂ ਉਹਨੇ ਮੂਸਾ ਨੂੰ ਭੇਜਿਆ। ਸੋ ਹੁਣ ਤੂੰ ਜਾ, ਮੈਂ ਤੇਰੇ ਮੂੰਹ ਦੇ ਨਾਲ ਮੂੰਹ ਹੋਵਾਂਗਾ ਅਤੇ ਜੋ ਕੁਛ ਤੈਂ ਬੋਲਣਾ ਹੈ ਸੋ ਮੈਂ ਤੈਨੂੰ ਸਿਖਾਵਾਂਗਾ। ਹੁਣ ਖੁਦਾ ਮੂਸਾ ਨੂੰ ਕੀ ਕਹਿ ਰਿਹਾ? ਤਿਆਰੀ ਕਰਵਾ ਰਿਹਾ। ਕਹਿੰਦਾ ਜਾ, ਮੈਂ ਤੇਰੇ ਮੂੰਹ ਦੇ ਨਾਲ ਮੂੰਹ ਹੋਵਾਂਗਾ। ਕਹਿੰਦਾ ਤੇਰੇ ਮੂੰਹ ਦੇ ਨਾਲ ਮੈਂ ਮੂੰਹ ਹੋਵਾਂਗਾ ਤੇ ਜੋ ਕੁਛ ਤੈਂ ਬੋਲਣਾ ਹੈ
ਮੈਂ ਤੈਨੂੰ ਸਿਖਾਵਾਂਗਾ। ਹੁਣ ਕੀ ਹੋਇਆ, ਖੁਦਾ ਕਹਿੰਦਾ ਮੈਂ ਤੈਨੂੰ ਸਿਖਾਵਾਂਗਾ, ਤੂੰ ਜਾ, ਤੈਨੂੰ ਡਰਨ ਦੀ ਲੋੜ ਨਹੀਂ ਆ, ਘਬਰਾਉਣ ਦੀ ਲੋੜ ਨਹੀਂ ਆ। ਤੇ ਕਿਸ ਤਰ੍ਹਾਂ ਖੁਦਾ ਨੇ ਆਪਣੇ ਬੰਦੇ ਨੂੰ ਮਿਸਰ ਦੇ ਵਿੱਚ ਭੇਜਿਆ ਤਾਂ ਕਿ ਉਹ ਆਪਣੀ ਪ੍ਰਜਾ ਨੂੰ ਬਾਹਰ ਕੱਢ ਸਕੇ, ਕਿਉਂਕਿ ਖੁਦਾਵੰਦ ਸਾਡੇ ਯੁੱਗ ਦੇ ਨਬੀ ਨੇ ਕਿਹਾ ਖੁਦਾ ਕਦੇ ਵੀ ਕੋਈ ਕੰਮ ਇਸ ਤਰ੍ਹਾਂ ਨਹੀਂ ਕਰਦਾ, ਉਹ ਹਮੇਸ਼ਾ ਚੇਤਾਵਨੀ ਦਿੰਦਾ। ਪਹਿਲਾਂ ਜਦੋਂ ਦੁਨੀਆ ਦਾ ਅੰਤ ਕਰਨਾ ਹੁੰਦਾ ਹੈ, ਉਸਨੇ ਉਹ ਚੇਤਾਵਨੀ ਦਿੰਦਾ ਲੋਕਾਂ ਨੂੰ ਤਾਂ ਕਿ ਲੋਕ ਸੁਧਰ ਜਾਣ। ਹਮੇਸ਼ਾ ਆਪਣੇ ਦੂਤਾਂ ਨੂੰ, ਆਪਣੇ ਰਸੂਲਾਂ ਨੂੰ ਭੇਜਦਾ ਆ ਤਾਂ ਕਿ ਲੋਕਾਂ ਨੂੰ ਅਗਾਹ ਕਰ ਸਕਣ। ਇਸੇ ਤਰ੍ਹਾਂ ਉਹਨੇ ਇਸ ਯੁੱਗ ਦੇ ਵਿੱਚ ਇੱਕ ਨਬੀ ਨੂੰ ਭੇਜਿਆ ਜਿਹਨੇ ਪੂਰੇ ਵਰਲਡ ਨੂੰ ਲਲਕਾਰਿਆ ਤਾਂ ਕਿ ਲੋਕ ਉਹਦੇ ਸੱਚੇ ਸੰਦੇਸ਼ ਦੇ ਉੱਪਰ ਵਿਸ਼ਵਾਸ ਕਰ ਸਕਣ ਤੇ ਬਚਾਏ ਜਾਣ। ਜੇ ਕੋਈ ਵਿਸ਼ਵਾਸ ਨਹੀਂ ਕਰਦਾ ਤੇ ਖੁਦਾ ਦਾ ਵਚਨ ਦੱਸਦਾ ਹੈ ਉਸ ਦੇ ਉੱਪਰ ਸਜ਼ਾ ਦਾ ਹੁਕਮ ਲਗਾਇਆ ਜਾਵੇਗਾ। ਇਸ ਕਰਕੇ ਨਬੀ ਨੇ ਕਿਹਾ ਇਸ ਤੋਂ ਪਹਿਲਾਂ ਕਿ ਅਸੀਂ ਇੱਕ ਯੁੱਧ ਲੜਨ ਲਈ ਜਾਈਏ, ਸਾਨੂੰ ਪਹਿਲਾਂ ਉਸ ਯੁੱਧ ਲਈ ਤਿਆਰ ਹੋਣਾ ਪੈਣਾ ਹੈ। ਉਹ ਕਹਿੰਦਾ ਜੇ ਤੁਸੀਂ ਯੁੱਧ ਲੜਨਾ ਇਸ ਸੰਸਾਰ ਦੇ ਨਾਲ, ਆਤਮਾ ਪਾਏ ਹੋਏ ਮਨੁੱਖਾਂ ਨੇ ਜੇ ਯੁੱਧ ਲੜਨਾ, ਉਹ ਯੁੱਧ ਲੜਨ ਤੋਂ ਪਹਿਲਾਂ ਤਿਆਰੀ ਹੋਣੀ ਚਾਹੀਦੀ ਹੈ। ਕਿਸ ਤਰ੍ਹਾਂ ਤੁਸੀਂ ਇਸ ਸੰਸਾਰ ਦੇ ਦੁਸ਼ਟ ਆਤਮਿਆਂ ਨਾਲ ਲੜ ਸਕਦੇ ਹੋ, ਤੁਹਾਡੇ ਕੋਲ ਇੱਕ ਤਿਆਰੀ ਹੋਣੀ ਚਾਹੀਦੀ ਹੈ। ਸਾਨੂੰ ਪਹਿਲਾਂ ਉਸ ਯੁੱਧ ਲਈ ਤਿਆਰ ਹੋਣਾ ਪੈਂਦਾ ਹੈ। ਜੇ ਤੁਸੀਂ ਵਿਆਹ ਕਰਾਉਣ ਲਈ ਜਾ ਰਹੇ ਹੋ, ਇਸ ਕਰਕੇ ਤੁਸੀਂ ਉਸ ਸਮੇਂ ਲਈ ਤਿਆਰ ਹੁੰਦੇ ਹੋ। ਜੇ ਤੁਹਾਡੀਆਂ ਤਿਆਰੀਆਂ ਹੁੰਦੀਆਂ ਹਨ ਅਤੇ ਚਰਚ ਆਉਣ ਤੋਂ ਪਹਿਲਾਂ ਵੀ ਤੁਸੀਂ ਤਿਆਰੀ ਕਰਦੇ, ਜੇ ਕਿਤੇ ਵੀ ਕਿਸੇ ਮਨੁੱਖ ਨੇ ਜਾਣਾ ਹੁੰਦਾ ਉਹਨੂੰ ਤਿਆਰੀ ਕਰਨੀ ਪੈਂਦੀ। ਬਿਨਾਂ ਤਿਆਰੀ ਤੋਂ, ਬਿਨਾਂ ਪ੍ਰੈਪਰੇਸ਼ਨ ਤੋਂ ਤੁਸੀਂ ਕਿਤੇ ਵੀ ਨਹੀਂ ਜਾ ਸਕਦੇ। ਬਿਨਾਂ ਤਿਆਰੀ ਤੋਂ ਤੁਸੀਂ ਕਿਤੇ ਵੀ ਜਾ ਨਹੀਂ ਸਕਦੇ, ਨਬੀ ਨੇ ਕਿਹਾ। ਅਤੇ ਖੁਦਾ ਹਮੇਸ਼ਾ ਹੀ ਲੋਕਾਂ ਨੂੰ ਉਹਨਾਂ ਘਟਨਾਵਾਂ ਲਈ ਤਿਆਰ ਕਰਦਾ ਹੈ ਜੋ ਕਿ ਜਲਦ ਵਾਪਰਨ ਵਾਲੀਆਂ ਹੁੰਦੀਆਂ ਹਨ। ਕਹਿੰਦਾ ਖੁਦਾ ਲੋਕਾਂ ਨੂੰ ਤਿਆਰ ਕਰਦਾ ਉਹਨਾਂ ਘਟਨਾਵਾਂ ਦੇ ਲਈ ਜਿਹੜੀਆਂ ਵਾਪਰਨ ਵਾਲੀਆਂ ਹੁੰਦੀਆਂ ਹਨ। ਜੇ ਖੁਦਾ ਨੇ ਕਿਸ ਨੂੰ ਮਾਰਨਾ ਹੁੰਦਾ ਤੇ ਉਸ ਤੋਂ ਪਹਿਲਾਂ ਉਹ ਬੰਦਾ ਵਚਨ ਤੋਂ ਬਾਹਰ ਹੋਣਾ ਚਾਹੀਦਾ ਹੈ, ਫਿਰ ਖੁਦਾ ਕਿਸ ਨੂੰ ਮਾਰਦਾ ਹੈ। ਜੇ ਖੁਦਾ ਨੇ ਕਿਸ ਨੂੰ ਬਚਾਉਣਾ ਹੁੰਦਾ ਤੇ ਖੁਦਾਵੰਦ ਉਹਦੇ ਲਈ ਇੱਕ ਯੋਜਨਾ ਬਣਾ ਦਿੰਦਾ ਉਸ ਨੂੰ ਬਚਾਉਣ ਦੇ ਲਈ। ਬਿਨਾਂ ਯੋਜਨਾ ਤੋਂ ਕੋਈ ਬਚਾਇਆ ਨਹੀਂ ਜਾ ਸਕਦਾ ਤੇ ਬਿਨਾਂ ਵਚਨ ਤੋਂ ਬਾਹਰ ਕੰਮ ਕੀਤੇ ਬਿਨਾਂ ਕੋਈ ਮਾਰਿਆ ਨਹੀਂ ਜਾ ਸਕਦਾ। ਜਦੋਂ ਕੋਈ ਮਨੁੱਖ ਵਚਨ ਤੋਂ ਬਾਹਰ ਕੰਮ ਕਰਦਾ, ਸਾਡੇ ਯੁੱਗ ਦੇ ਨਬੀ ਨੇ ਕਿਹਾ, ਉਦੋਂ ਹੀ ਉਹਦੇ ਉੱਪਰ ਮੌਤ ਆਉਂਦੀ ਹੈ। ਏਦਾਂ ਖੁਦਾ ਕਦੇ ਕਿਸ ਨੂੰ ਮਾਰਦਾ ਨਹੀਂ ਹੈ। ਅਤੇ ਕੀ ਮੈਂ ਇਸ ਜਗ੍ਹਾ ਵਿੱਚ 1 ਮਿੰਟ ਲਈ ਰੁਕੋ। ਮੈਂ ਵਿਸ਼ਵਾਸ ਕਰਦਾ ਹਾਂ ਲੋਕ ਆਖਰੀ ਵੱਡੀ ਬਰਬਾਦੀ ਲਈ ਤਿਆਰੀ ਵਿੱਚ ਹਨ ਜਿਹੜੀ ਕਿ ਇਹ ਜਗਤ ਕਦੇ ਜਾਣੇਗਾ। ਉਹ ਕਹਿੰਦਾ ਵੱਡੀ ਬਰਬਾਦੀ ਦੇ ਲਈ ਲੋਕ ਤਿਆਰੀ ਕਰ ਚੁੱਕੇ ਆ। ਅੱਜ ਤੁਸੀਂ ਵੇਖ ਰਹੇ ਹੋ ਕਿੱਦਾਂ ਲੋਕ ਵਚਨ ਤੋਂ ਬਾਹਰ ਕੰਮ ਕਰ ਰਹੇ ਹਨ। ਸੰਸਾਰ ਦੇ ਵਿੱਚ ਕਿੰਨੀ ਗੰਦਗੀ ਫੈਲ ਚੁੱਕੀ ਹੈ। ਨਬੀ ਨੇ ਕਿਹਾ ਕਿੰਨੀਆਂ ਗਲਤ ਸਿਸਟਮ ਸ਼ੁਰੂ ਹੋ ਚੁੱਕੇ ਹਨ। ਲੋਕ ਆਪਣੀ ਮਰਿਆਦਾ ਦੇ ਵਿੱਚ ਨਹੀਂ ਹਨ। ਹੁਣ ਉਹ ਵੀ ਤਿਆਰੀ ਕਰ ਰਹੇ ਹਨ ਮਰਨ ਦੀ। ਤੁਹਾਨੂੰ ਪਤਾ ਮਿਜ਼ਾਈਲਾਂ ਦੇ ਉੱਪਰ ਭਾਈ ਬ੍ਰਾਨਮ ਨੇ ਕਿਹਾ ਲੋਕਾਂ ਦੇ ਨਾਮ ਲਿਖੇ ਹੋਏ ਆ। ਜਿੰਨੀਆਂ ਮਿਜ਼ਾਈਲਾਂ ਦੇਸ਼ਾਂ ਦੇ ਵਿੱਚ ਹਨ, ਵਰਲਡ ਦੇ ਵਿੱਚ ਹਨ, ਕੱਲੀ ਮਿਜ਼ਾਈਲਾਂ ਦੇ ਉੱਪਰ ਉਹਨਾਂ ਲੋਕਾਂ ਦੇ ਨਾਮ ਲਿਖੇ ਹਨ ਜਿਹੜੇ ਵਚਨ ਤੋਂ ਬਾਹਰ ਹਨ। ਉਹ ਮਿਜ਼ਾਈਲਾਂ ਕਿਸੇ ਹੋਰ ਲਈ ਨਹੀਂ ਆ, ਉਹਨਾਂ ਲੋਕਾਂ ਲਈ ਤਿਆਰ ਹੋਈ ਆ ਜਿਹੜੇ ਵਚਨ ਤੋਂ ਬਾਹਰ ਕੰਮ ਕਰਦੇ ਆ। ਇੱਕ ਮਿਜ਼ਾਈਲ ਦੇ ਉੱਪਰ, ਪਰਮਾਣੂ ਬੰਬ ਦੇ ਉੱਪਰ ਲੋਕਾਂ ਦੇ ਨਾਮ ਲਿਖੇ ਹੋਏ ਹਨ। ਜਦੋਂ ਪਰਮਾਣੂ ਬੰਬ ਲੋਕਾਂ ਦੇ ਉੱਪਰ ਡਿੱਗਣਗੇ, ਬਰਬਾਦੀ ਹੋਵੇਗੀ ਲੋਕਾਂ ਦੀ, ਫਿਰ ਉਹਨਾਂ ਨੂੰ ਪਤਾ ਲੱਗਣਾ ਜਦੋਂ ਕੋਈ ਬਚਾਉਣ ਵਾਲਾ ਨਹੀਂ ਹੋਵੇਗਾ। ਅਤੇ ਖੁਦਾ ਬਰਬਾਦੀ ਨਹੀਂ ਕਰ ਸਕਦਾ ਜਦ ਤੱਕ ਪਹਿਲਾਂ ਲੋਕ ਬਰਬਾਦੀ ਲਈ ਆਤਮਾ ਵਿੱਚ ਨਾ ਹੋਣ। ਖੁਦਾ ਦਾ ਵਚਨ ਕੀ ਕਹਿ ਰਿਹਾ? ਸਾਡੇ ਯੁੱਗ ਦਾ ਨਬੀ ਕਹਿ ਰਿਹਾ ਖੁਦਾ ਉਦੋਂ ਤੱਕ ਬਰਬਾਦੀ ਨਹੀਂ ਕਰ ਸਕਦਾ ਜਦੋਂ ਤੱਕ ਬਰਬਾਦੀ ਦੇ ਲਈ ਲੋਕਾਂ ਦੇ ਅੰਦਰ ਉਹ ਆਤਮਾ ਨਾ ਹੋਵੇ। ਬਰਬਾਦੀ ਨਹੀਂ ਕਰ ਸਕਦਾ ਜਦ ਤੱਕ ਪਹਿਲਾਂ ਲੋਕ ਬਰਬਾਦੀ ਲਈ ਆਤਮਾ ਵਿੱਚ ਨਾ ਹੋਣ। ਖੁਦਾ ਕਦੇ ਵੀ ਕਿਸੇ ਚੀਜ਼ ਨੂੰ ਨਾਸ਼ ਨਹੀਂ ਕੀਤਾ। ਕਹਿੰਦਾ ਖੁਦਾ ਨੇ ਕਦੇ ਵੀ ਕਿਸੇ ਚੀਜ਼ ਨੂੰ ਨਾਸ਼ ਨਹੀਂ ਕੀਤਾ। ਨੂਹ ਦੇ ਸਮੇਂ ਖੁਦਾ ਨੇ ਲੋਕਾਂ ਨੂੰ ਨਹੀਂ ਮਾਰਿਆ। ਸਾਡਾ ਯੁੱਗ ਦਾ ਨਬੀ ਕਹਿੰਦਾ ਖੁਦਾ ਨੇ ਲੋਕਾਂ ਨੂੰ ਨਹੀਂ ਮਾਰਿਆ। ਉਹਨੇ 120 ਸਾਲ ਆਪਣੇ ਬੰਦੇ ਤੋਂ ਪ੍ਰਚਾਰ ਕਰਵਾਇਆ ਤਾਂ ਕਿ ਲੋਕ ਉਹਦੇ ਵਚਨ ਤੇ ਵਿਸ਼ਵਾਸ ਕਰਨ ਤੇ ਬਚਾਏ ਜਾਣ। ਉਸਨੇ ਕਦੇ ਵੀ ਕਿਸ ਚੀਜ਼ ਦਾ ਨਾਸ਼ ਨਹੀਂ ਕੀਤਾ। ਮਨੁੱਖ ਹੀ ਹਮੇਸ਼ਾ ਆਪਣੇ ਆਪ ਨੂੰ ਬਰਬਾਦ ਕਰਦਾ ਹੈ। ਕੌਣ ਬਰਬਾਦ ਕਰਦਾ? ਮਨੁੱਖ ਖੁਦ ਆਪਣੇ ਆਪ ਨੂੰ ਬਰਬਾਦ ਕਰਦਾ। ਜਦੋਂ ਅੱਜ ਸਮਾਂ ਹੈ ਖੁਦਾ ਦੇ ਵਚਨ ਵਿੱਚ ਚੱਲਣ ਦਾ, ਕਰਮ ਕਰਨ ਦਾ, ਤੇ ਲੋਕ ਉਸ ਕਰਮ ਤੋਂ ਭੱਜਦੇ ਹਨ। ਫਿਰ ਕਹਿੰਦੇ ਅਸੀਂ ਵਿਸ਼ਵਾਸ ਕਰਦੇ ਹਾਂ, ਲੇਕਿਨ ਨਬੀ ਕੀ ਕਹਿੰਦਾ? ਵਿਸ਼ਵਾਸ ਤਾਂ ਭੂਤ ਵੀ ਕਰਦੇ ਆ। ਵਿਸ਼ਵਾਸ ਕਰਨਾ ਕਾਫੀ ਨਹੀਂ ਹੈ। ਵਿਸ਼ਵਾਸ ਕਰਨ ਦੇ ਨਾਲ ਕੋਈ ਬਚਾਇਆ ਨਹੀਂ ਜਾਵੇਗਾ। ਇਬਰਾਹਿਮ ਨੇ ਇਕੱਲਾ ਵਿਸ਼ਵਾਸ ਨਹੀਂ ਕੀਤਾ ਸੀਗਾ ਵੀ ਪ੍ਰਭੂ ਮੈਂ ਤੇ ਬੜਾ ਵਿਸ਼ਵਾਸ ਕਰਦਾ, ਹੁਣ ਤੂੰ ਮੇਰੇ ਪੁੱਤਰ ਦੀ ਬਲੀ ਮੰਗ ਰਿਹਾ, ਇਹ ਮੇਰੇ ਕੋਲ ਨਹੀਂ ਹੋਣਾ।
ਉਹ ਕਹਿੰਦਾ ਪ੍ਰਭੂ ਤੂੰ ਜੋ ਕਿਹਾ ਮੈਂ ਉਹ ਕਰਾਂਗਾ। ਕਰਮ ਵੀ ਕੀਤਾ, ਕੱਲਾ ਵਿਸ਼ਵਾਸ ਨਹੀਂ ਕੀਤਾ। ਇਸ ਕਰਕੇ ਖੁਦਾ ਕਹਿੰਦਾ ਖੁਦਾ ਕਦੇ ਵੀ ਕਿਸੇ ਚੀਜ਼ ਨੂੰ ਨਾਸ਼ ਨਹੀਂ ਕਰਦਾ। ਮਨੁੱਖ ਹੀ ਹਮੇਸ਼ਾ ਆਪਣੇ ਆਪ ਨੂੰ ਬਰਬਾਦ ਕਰਦਾ। ਮਨੁੱਖ ਆਪਣੀ ਮਰਜ਼ੀ ਤੇ ਛੱਡਿਆ ਗਿਆ ਹੈ। ਜਿੱਦਾਂ ਨਬੀ ਨੇ ਕਿਹਾ ਅਦਨ ਦੇ ਬਾਗ ਦੇ ਵਿੱਚ ਆਦਮ ਤੇ ਹਵਾ ਆਪਣੀ ਮਰਜ਼ੀ ਤੇ ਛੱਡੇ ਗਏ ਸੀ, ਇਸੇ ਤਰ੍ਹਾਂ ਅੱਜ ਵੀ ਮਨੁੱਖਾਂ ਨੂੰ ਆਪਣੀ ਮਰਜ਼ੀ ਤੇ ਛੱਡਿਆ ਗਿਆ। ਹਰ ਕੋਈ ਮਨੁੱਖ ਵਚਨ ਤੋਂ ਬਾਹਰ ਹੋ ਕੇ ਆਪਣੇ ਹੀ ਘੋੜੇ ਦੜਾਈ ਜਾਂਦਾ। ਨਹੀਂ ਨਹੀਂ ਨਹੀਂ, ਖੁਦਾ ਦੇ ਵਚਨ ਨੇ ਸਾਨੂੰ ਇਦਾਂ ਕਿਹਾ ਸੀ, ਇਦਾਂ ਕਰਨਾ ਉਦਾਂ ਕਰਨਾ। ਲੇਕਿਨ ਖੁਦਾ ਦਾ ਵਚਨ ਜੋ ਕਹਿੰਦਾ ਲੋਕ ਉਸ ਤਰ੍ਹਾਂ ਕਰਦੇ ਹੀ ਨਹੀਂ ਆ, ਉਸੇ ਤਰ੍ਹਾਂ ਜੀਵਨ ਵੀ ਬਤੀਤ ਨਹੀਂ ਕਰਦੇ। ਹਰ ਕੋਈ ਆਪਣੀ ਡਾਕਟਰੀਨ ਲੈ ਕੇ ਬੈਠਾ ਹੋਇਆ। ਲੇਕਿਨ ਵਚਨ ਦੇ ਨਾਲ ਚੱਲਣਾ ਪਵੇਗਾ ਜੇ ਬਚਣਾ। ਜੇ ਕੋਈ ਮਨੁੱਖ ਵਚਨ ਦੇ ਨਾਲ ਨਹੀਂ ਚੱਲਦਾ, ਜ਼ਰੂਰ ਹੈ ਉਹ ਮਾਰਿਆ ਜਾਵੇ, ਕਿਸੇ ਦਾ ਲਿਹਾਜ਼ ਨਹੀਂ ਲਿੱਤਾ ਜਾਵੇਗਾ, ਕਿਉਂਕਿ ਖੁਦਾਵੰਦ ਕਦੇ ਕਿਸ ਦਾ ਲਿਹਾਜ਼ ਨਹੀਂ ਲੈਂਦਾ। ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹਦਾ ਲਹੂ ਉਹਨੇ ਛਿੜਕਿਆ ਹੋਇਆ। ਜੇ ਤੁਸੀਂ ਉਹਦੇ ਲਹੂ ਤੋਂ ਬਾਹਰ ਹੋ ਕੇ ਕੰਮ ਕਰਦੇ ਹੋ, ਉਹਦੀ ਕਿਰਪਾ ਤੋਂ ਬਾਹਰ ਚਲੇ ਜਾਂਦੇ ਹੋ, ਤੇ ਤੁਸੀਂ ਉਸੇ ਘੜੀ ਤੁਹਾਡਾ ਨਿਆਂ ਹੋ ਚੁੱਕਿਆ। ਜੇ ਬੰਦਾ ਸੋਚਦਾ ਨਾ ਵੀ ਮੈਨੂੰ ਪ੍ਰਭੂ ਨੇ ਕੁਝ ਨਹੀਂ ਕਹਿਣਾ, ਮੈਂ ਬਚਿਆ ਹੋਇਆ ਆ, ਇਹ ਫਿਰ ਉਹਦਾ ਭੁਲੇਖਾ ਆ। ਜੇ ਤੁਸੀਂ ਕਰਮ ਨਹੀਂ ਕਰਦੇ ਫਿਰ ਤੁਸੀਂ ਭੁਲੇਖੇ ਵਿੱਚੋਂ, ਕਿਉਂਕਿ ਵਿਸ਼ਵਾਸ ਤਾਂ ਭੂਤ ਵੀ ਕਰਦੇ ਹਨ। ਅਦਨ ਦੇ ਬਾਗ ਦੇ ਵਿੱਚ ਦੋ ਰੁੱਖ ਸਨ, ਇੱਕ ਜੀਵਨ ਦਾ ਅਤੇ ਇੱਕ ਗਿਆਨ ਦਾ। ਮਨੁੱਖ ਨੇ ਗਿਆਨ ਦੇ ਰੁੱਖ ਤੋਂ ਖਾਣ ਦੇ ਲਈ ਜੀਵਨ ਦੇ ਰੁੱਖ ਨੂੰ ਛੱਡ ਦਿੱਤਾ। ਨਬੀ ਕਹਿੰਦਾ ਅਦਨ ਦੇ ਬਾਗ ਦੇ ਵਿੱਚ ਦੋ ਰੁੱਖ ਸੀਗੇ, ਇੱਕ ਗਿਆਨ ਦਾ ਰੁੱਖ ਸੀ, ਇੱਕ ਜੀਵਨ ਦਾ ਰੁੱਖ ਸੀ। ਲੇਕਿਨ ਮਨੁੱਖ ਨੇ ਗਿਆਨ ਦੇ ਰੁੱਖ ਤੋਂ ਖਾਣ ਦੇ ਲਈ ਜੀਵਨ ਦੇ ਰੁੱਖ ਨੂੰ ਛੱਡ ਦਿੱਤਾ, ਅਤੇ ਪਹਿਲੀ ਬੁਰਕੀ ਖਾਣ ਨਾਲ ਹੀ ਉਸਨੇ ਆਪਣੇ ਆਪ ਨੂੰ ਖੁਦਾ ਤੋਂ ਵੱਖਰਾ ਕਰ ਲਿਆ। ਕੋਈ ਅੱਜ ਬੰਦਾ ਕਹਿੰਦਾ ਨਾ ਕੋਈ ਗੱਲ ਨਹੀਂ, ਇੱਕ ਛੋਟੀ ਜੀ ਗਲਤੀ ਕੀਤੀ ਫਿਰ ਕੀ ਖੁਦਾ ਮਾਰਨ ਥੋੜੀ ਲੱਗਾ। ਫਿਰ ਉਹ ਭੈਣ ਭਾਈ ਭੁਲੇਖੇ ਵਿੱਚ ਆ। ਤੁਹਾਡੀ ਛੋਟੀ ਜੀ ਗਲਤੀ ਵੀ ਤੁਹਾਨੂੰ ਮੌਤ ਤੱਕ ਲੈ ਕੇ ਜਾ ਸਕਦੀ ਆ, ਜੇ ਤੁਸੀਂ ਵਚਨ ਤੋਂ ਬਾਹਰ ਕੋਈ ਗਲਤੀ ਕਰਦੇ ਹੋ। ਜੇ ਤੁਹਾਨੂੰ ਖੁਦਾ ਨੇ ਮਨਾ ਕੀਤਾ ਤੁਸੀਂ ਇਹ ਕੰਮ ਨਹੀਂ ਕਰਨਾ ਤੇ ਨਹੀਂ ਕਰਨਾ। ਫਿਰ ਲੋਕ ਕਹਿੰਦੇ ਆ ਖੁਦਾ ਮਾਫ ਕਰਨ ਵਾਲਾ ਖੁਦਾ ਹੈ, ਲੇਕਿਨ ਸੰਤ ਪੌਲੁਸ ਕਹਿੰਦਾ ਕੀ ਅਸੀਂ ਬਾਰ-ਬਾਰ ਪਾਪ ਕਰੀ ਜਾਈਏ? ਜੇ ਇੱਕ ਵਾਰ ਸਾਡੇ ਤੇ ਕਿਰਪਾ ਹੋਈ ਤਾਂ ਅਸੀਂ ਬਾਰ-ਬਾਰ ਪਾਪ ਨਹੀਂ ਕਰ ਸਕਦੇ। ਅਤੇ ਹਰ ਵਾਰ ਜਦੋਂ ਇੱਕ ਆਦਮੀ ਗਿਆਨ ਦੇ ਰੁੱਖ ਉੱਤੋਂ ਖਾਂਦਾ ਹੈ, ਉਹ ਆਪਣੇ ਆਪ ਨੂੰ ਨਾਸ਼ ਕਰਦਾ ਹੈ। ਨਬੀ ਕਹਿੰਦਾ ਜਦੋਂ ਕੋਈ ਮਨੁੱਖ ਗਿਆਨ ਦੇ ਰੁੱਖ ਤੋਂ ਖਾਂਦਾ, ਆਪਣੀ ਸਮਝ ਦਾ ਸਹਾਰਾ ਲੈਂਦਾ, ਉਹ ਬੰਦਾ ਆਪਣੇ ਆਪ ਨੂੰ ਨਾਸ਼ ਕਰਦਾ ਹੈ। ਅੱਜ ਬਹੁਤ ਲੋਕ ਆਪਣੇ ਆਪ ਨੂੰ ਨਾਸ਼ ਕਰ ਰਹੇ ਆ ਭੁਲੇਖੇ ਵਿੱਚ। ਉਹ ਕਹਿੰਦੇ ਕੋਈ ਗੱਲ ਨਹੀਂ, ਸਮੇਂ ਦਾ ਸੰਦੇਸ਼ ਸਾਨੂੰ ਪਤਾ ਲੱਗ ਗਿਆ ਹੈ, ਅਸੀਂ ਵਸਮਾ ਲੈ ਲਿਆ ਹੈ, ਅਸੀਂ ਸੰਸਾਰ 'ਚ ਘੁੰਮ ਲਵਾਂਗੇ, ਕੋਈ ਗੱਲ ਨਹੀਂ, ਫਿਰ ਮਾਫੀ ਮੰਗ ਲਵਾਂਗੇ। ਉਹ ਬੰਦਾ ਆਪਣੇ ਆਪ ਨੂੰ ਕੀ ਕਰ ਰਿਹਾ? ਨਾਸ਼ ਕਰ ਰਿਹਾ। ਆਪਣੇ ਆਪ ਨੂੰ ਭੈਣ ਭਾਈ ਨਾਸ਼ ਕਰ ਰਿਹਾ। ਜਿਹੜੇ ਸੰਸਾਰ ਵਿੱਚ ਤੁਸੀਂ ਘੁੰਮ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਨਾਸ਼ ਕਰ ਰਹੇ ਹੋ, ਤਾਂ ਤੁਹਾਡਾ ਕੋਈ ਵੀ ਬਚਾਵ ਨਹੀਂ ਹੋ ਪਾਵੇਗਾ। ਇਸ ਲਈ ਆਪਣੇ ਗਿਆਨ ਤੇ ਨਿਰਭਰ ਨਾ ਰਹੋ। ਭਾਈ ਬ੍ਰੈਨਮ ਨੇ ਕਿਹਾ ਆਪਣੇ ਗਿਆਨ ਤੇ ਨਿਰਭਰ ਨਾ ਰਹੋ। ਹੋ ਸਕਦਾ ਤੁਹਾਨੂੰ ਬਹੁਤ ਗਿਆਨ ਹੋਵੇ, ਬੜੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਹੁੰਦੇ ਹੋਣ ਤੁਹਾਡੀਆਂ ਗੱਲਾਂ ਸੁਣ ਕੇ, ਤੁਸੀਂ ਵੱਡੇ ਗਿਆਨੀ ਹੋ। ਆਪਣੇ ਗਿਆਨ ਤੇ ਨਿਰਭਰ ਨਾ ਰਹੋ, ਅਤੇ ਕਦੇ ਵੀ ਕੋਈ ਗੱਲ ਜੋ ਖੁਦਾ ਆਖਦਾ ਹੈ ਉਸ ਨੂੰ ਸਮਝਣ ਦਾ ਯਤਨ, ਜੇ ਤੁਸੀਂ ਇਸ ਨੂੰ ਸਮਝ ਸਕਦੇ ਹੋ, ਜਾਂ ਮੈਂ ਇਸ ਨੂੰ ਸਮਝ ਸਕਦਾ ਹਾਂ, ਜਾਂ ਕੋਈ ਹੋਰ ਪ੍ਰਚਾਰਕ ਇਸ ਨੂੰ ਸਮਝ ਸਕਦਾ ਹੈ, ਤਾਂ ਸਾਨੂੰ ਚਾਹੀਦਾ ਹੈ ਅਸੀਂ ਕਦੇ ਵੀ ਇਸ ਨੂੰ ਸਮਝਣ ਦੇ ਯੋਗ ਨਾ ਹੋਵਾਂਗੇ। ਕੋਈ ਵੀ ਆਪਣੇ ਗਿਆਨ ਦੁਆਰਾ ਖੁਦਾ ਨੂੰ ਸਮਝ ਨਹੀਂ ਸਕਦਾ ਕੋਈ। ਇਸ ਕਰਕੇ ਨਬੀ ਕਹਿੰਦਾ ਆਪਣੇ ਗਿਆਨ ਉੱਤੇ ਨਿਰਭਰ ਨਾ ਰਹੋ। ਜੇ ਕੋਈ ਵੀ ਗੱਲ ਖੁਦਾ ਨੇ ਕਹੀ ਆ, ਤੁਸੀਂ ਆਪਣੇ ਗਿਆਨ ਦੁਆਰਾ ਉਹਨੂੰ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਸਮਝ ਨਹੀਂ ਸਕਦੇ, ਜਦੋਂ ਤੱਕ ਪਵਿੱਤਰ ਆਤਮਾ ਆ ਕੇ ਤੁਹਾਨੂੰ ਨਾ ਸਮਝਾਵੇ ਵੀ ਇਸ ਵਚਨ ਦਾ ਕੀ ਮਤਲਬ ਹੈ। ਕੋਈ ਬੰਦਾ ਬਾਈਬਲ ਨੂੰ ਸਮਝ ਨਹੀਂ ਸਕਦਾ। ਇਸ ਕਰਕੇ ਨਬੀ ਕਹਿੰਦਾ ਖੁਦਾ ਦੀਆਂ ਤਿਆਰੀਆਂ ਉਹਨਾਂ ਲੋਕਾਂ ਲਈ ਬਹੁਤ ਹੀ ਹਾਸੋਹੀਣੀਆਂ ਹਨ ਜਿਹੜੇ ਗਿਆਨ ਦੇ ਰੁੱਖ ਉੱਤੇ ਨਿਰਭਰ ਹਨ। ਨਬੀ ਕਹਿੰਦਾ ਜਿਹੜੇ ਲੋਕ ਗਿਆਨ ਦੇ ਰੁੱਖ, ਸੰਸਾਰ ਦੇ ਰੁੱਖ ਉੱਤੇ ਜਿਹੜਾ ਨਬੀ ਨੇ ਕਿਹਾ ਹਾਸੋਹੀਣੀਆਂ ਹਨ, ਜਿਹੜੇ ਗਿਆਨ ਦੇ ਰੁੱਖ ਉੱਤੇ ਨਿਰਭਰ ਹੁੰਦੇ ਹਨ। ਜਿਹੜੇ ਲੋਕ ਗਿਆਨ ਦੇ ਰੁੱਖ ਉੱਤੇ ਨਿਰਭਰ ਹਨ ਉਹਨਾਂ ਲਈ ਖੁਦਾ ਦੀਆਂ ਗੱਲਾਂ ਬੜੀ ਹਾਸੋਹੀਣੀਆਂ ਹਨ। ਏਦਾਂ ਉਸ ਸਮੇਂ ਨੂਹ ਦਾ ਮਜ਼ਾਕ ਉਡਾਇਆ ਜਾਂਦਾ ਸੀਗਾ, ਕਿਉਂਕਿ ਨਬੀ ਨੇ ਕਿਹਾ ਉਸ ਸਮੇਂ ਇੰਨੇ ਇੰਟੈਲੀਜੈਂਟ ਸਾਇੰਟਿਸਟ ਸੀਗੇ ਜਿੰਨੇ ਅੱਜ ਨਹੀਂ ਆ। ਅੱਜ ਸਾਡੇ ਕੋਲ ਇੰਨੇ ਇੰਟੈਲੀਜੈਂਟ ਲੋਕ, ਇੰਨੇ ਸਾਇੰਟਿਸਟ ਨਹੀਂ ਆ ਇੰਟੈਲੀਜੈਂਟ ਜਿੰਨੇ ਉਸ ਸਮੇਂ ਸੀਗੇ। ਤੇ ਉਹਨਾਂ ਨੇ ਨੂਹ ਦਾ ਮਜ਼ਾਕ ਉਡਾਇਆ ਸੀ ਵੀ ਇਹ ਕਿਸ਼ਤੀ ਬਣਾਉਣ 'ਚ ਲੱਗਾ ਤੇ ਕੋਈ ਵਰਖਾ ਨਹੀਂ ਹੋਵੇਗੀ। ਇਸ ਕਰਕੇ ਨਬੀ ਕਹਿੰਦਾ
ਖੁਦਾ ਦੀਆਂ ਤਿਆਰੀ ਖੁਦਾ ਦੀ ਤਿਆਰੀ ਸਰੀਰਕ ਦਿਮਾਗ ਲਈ ਪੂਰੀ ਤਰ੍ਹਾਂ ਹਾਸੋਹੀਣੀ ਹੁੰਦੀ ਹਨ, ਕਿਉਂਕਿ ਸਰੀਰਕ ਦਿਮਾਗ ਉਹਨਾਂ ਗੱਲਾਂ ਨੂੰ ਸਮਝ ਨਹੀਂ ਸਕਦਾ। ਜੇ ਅੱਜ ਅਸੀਂ ਕਹਿੰਦੇ ਆ ਰੈਪਚਰ ਹੋਣ ਵਾਲਾ ਆ, ਆਪਣੇ ਜੀਵਨ ਦਾ ਸੁਧਾਰ ਕਰੋ, ਤੇ ਲੋਕ ਹੱਸਦੇ ਆ, ਉਹ ਕਹਿੰਦੇ ਬੰਦਾ ਪਾਗਲ ਹੋ ਗਿਆ। ਇਹ ਕਹਿੰਦਾ ਖੁਦਾ ਦੇ ਕੰਮ ਕਰੋ, ਖੁਦਾ ਦੇ ਕੰਮ ਕਰੋ। ਲੇਕਿਨ ਨਬੀ ਕਹਿੰਦਾ ਇਹੋ ਜਿਹੇ ਆਤਮਿਕ ਲੋਕਾਂ ਨੂੰ ਲੋਕ ਮਜ਼ਾਕ ਉਡਾਉਂਦੇ, ਇਹੋ ਜਿਹੇ ਆਤਮਿਕ ਲੋਕਾਂ ਤੋਂ ਕਹਿੰਦੇ ਪਾਗਲ ਹੋ ਗਿਆ, ਇਹਨੂੰ ਸਮਝ ਨਹੀਂ ਆ। ਇੱਕ ਆਤਮਿਕ ਬੰਦੇ ਨੂੰ ਸਮਝ ਨਹੀਂ ਆ, ਲੇਕਿਨ ਸਰੀਰਕ ਬੰਦਾ ਕਹਿੰਦਾ ਮੈਨੂੰ ਸਮਝ ਹੈ ਵਚਨ ਦੀ, ਕਿਉਂਕਿ ਉਹ ਬੜਾ ਇੰਟੈਲੀਜੈਂਟ ਆ, उसको पढ़ाई लिखाई है, उसको वधिया कपड़े आ। लेकिन जे एक बंदा वचन का सच्चा प्रचार कर रहा तो लोग उन्होंने कह देंगे आ इहको कोई समझ नहीं है, क्योंकि वो खुदा दी गल्लां नूं नबी कहंदा समझ नहीं सकते, क्योंकि इसलिए ये गल्लां उन्हां लई मूर्खताई हन। वो कहंदा ये गल्लां नूं मूर्खताई समझदे आ भी किद्दां इदां हो जाएगा, ये जिहड़ियां गल्लां करदे हो किद्दां हो जाणियां पूरीआं। लेकिन जे खुदा ने कहा आ ते उसे तरह होवेगा। जे नबी नूं खुदा ने कहा सीगा, नूह नूं खुदा ने कहा सीगा भी वर्खा होवेगी, ते इहदा मतलब सी वर्खा होवेगी। किन्ने साल लगणगे इहदे नाल कोई मतलब नहीं सी। अज भी खुदा कह रहा आ भी मैं किरपा दे सिंघासन ते बैठा आ, तुसी अपने अपने गुनाह पापां तों तौबा करो ते मेरे कोल आओ, तुसी बचाए जाओगे। जे कोई विश्वास नहीं करता तो जरूर है वो मारिया जावे। हुण दोस्तों सुनो, अते तुसी औरतों ओ मुबारक कुआरी मरियम आत्मा दी मैं पीते हुए लोकां दे उस झुंड दे नाल सी। नबी कहंदा मरियम भी जदों 120 दी जमात दे उपर पवित्र आत्मा उतरिया, मरियम भी उस स्थान दे विच सी ਜਦੋਂ 120 ਦੀ ਜਮਾਤ ਤੇ ਪਵਿੱਤਰ ਆਤਮਾ ਉਤਰਿਆ। ਅਤੇ ਜੇਕਰ ਖੁਦਾ ਦੀ ਮਾਂ ਨੂੰ ਪਵਿੱਤਰ ਆਤਮਾ ਦਾ ਬਸਮਾ ਪ੍ਰਾਪਤ ਕਰਨ ਅਤੇ ਇਸ ਪ੍ਰਕਾਰ ਦੀ ਕਾਰਵਾਈ ਕਰਨ ਤੋਂ ਬਿਨਾਂ ਸਵਰਗ ਵਿੱਚ ਆਉਣ ਨਹੀਂ ਦਿੱਤਾ, ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਉਸ ਤੋਂ ਘੱਟ ਕਿਸੇ ਹੋਰ ਚੀਜ਼ ਨਾਲ ਉੱਥੇ ਚਲੇ ਜਾਓਗੇ? ਭਾਈ ਬ੍ਰਾਹਨਮ ਕਹਿੰਦੇ ਜੇ ਮਰੀਅਮ ਪਵਿੱਤਰ ਆਤਮਾ ਦਾ ਬਸਮਾ ਪਾਏ ਬਿਨਾਂ ਸਵਰਗ ਵਿੱਚ ਨਹੀਂ ਜਾ ਸਕਦੀ ਸੀ ਤੇ ਤੁਸੀਂ ਕੀ ਸੋਚਦੇ ਹੋ ਫਿਰ भी कल्ला विश्वास कर लिया तो बचाए जाओगे? मरियम नूं भी उस जगह विच जाण दे लई पवित्र आत्मा दा बसमा लेना पिया। जे तुहाडे कोल पवित्र आत्मा दा बसमा नहीं आ, तुसीं कदे भी खुदा दे राज दे विच दाखल नहीं हो सकदे। जिन्ने मर्जी कोई नबी दे संदेश पढ़दा होवे, जिन्ने मर्जी कोई संदेश सुनदा होवे, जे तुहाडे अंदर खुदा दा पवित्र आत्मा नहीं है, नबी कहंदा तुसीं उस स्थान दे विच जा नहीं सकदे। क्योंकि साफ लिखिया, तुसी की सोचते हो कि तुसी उस तो घट किसी होर चीज नाल उत्थे चले जाओगे? जे मरियम नूं पवित्र आत्मा दा बसमा लेना पिया, खुदा दी मां नूं यीशु मसीह दी मां नूं पवित्र आत्मा दा बसमा लेना पिया, ते तानू भी पवित्र आत्मा दा बसमा लेना पवेगा। बिना पवित्र आत्मा दे बपतिस्मे दे कोई भी खुदा दे राज विच दाखल नहीं हो सकदा, क्योंकि खुदावंद धरती ते अपने लोकां नूं की करांदा? तैयारी करवांदा है। बिना तैयारी तो कोई भी खुदा दे राज दे विच दाखिल नहीं हो सकता, प्रवेश नहीं हो सकता। नबी ने कहा आरंभ विच जदों आदम अते हवा आदमी ने हमेशा ही अपने आप नूं तैयार करन दा यतन कीता है। ओ जी हां श्रीमान, वो अपने आप नूं तैयार करन दा यतन करता है। जदों उसने आरंभ विच पहला पाप कीता तां पहली गल तुसीं जाणदे हो, उसने बाहर जाके अपने आप लिए एक तहमत बनाया हंजीर दे पत्तियां दा। उसने अपने दुआले लपेटिया, वो अपने लिए बना रहा सी। हुण धर्म शब्द का अर्थ हुंदा है पर्दा। हुण आदम ते हवा ने जदों गलती की, उन्होंने हंजीर दे पत्तियां दे कपड़े बनाए, तहमत बनाए। ते नबी ने कहा धर्म शब्द का अर्थ हुंदा है पर्दा, अते आदम अते हवा ने अपने आप लिए एक धर्म बनाया, एक पर्दा बना लिया। जदों खुदा ने उन्हां नूं बुलाया अते उन्हां ने खुदा नाल आमनो सामना कीता, तां उन्हां ने महसूस किया कि उन्हां दा मनुख आधारित धर्म ठीक नहीं है। फिर उन्हां नूं पता लग्या कि साडा जिहड़ा धर्म असीं बना लिया, जिहड़ा असीं पर्दा बना लिया, वो ठीक नहीं है। क्योंकि खुदा दे सामने कोई भी बंदा लुक नहीं सकता। वो चाहे अपना एक धर्म बना लवे, चाहे अपने आप नूं
ਪਰਦੇ ਦੇ ਪਿੱਛੇ ਕਰਨ ਦੀ ਕੋਸ਼ਿਸ਼ ਕਰੇ। ਖੁਦਾ ਹਰੇਕ ਬੰਦੇ ਦੇ ਹਿਰਦੇ ਨੂੰ ਜਾਂਚਦਾ ਆ। ਜੇਕਰ ਤੁਹਾਡੇ ਕੋਲ ਪਵਿੱਤਰ ਆਤਮਾ ਤੋਂ ਬਗੈਰ ਕੋਈ ਹੋਰ ਚੀਜ਼ ਹੈ ਅਤੇ ਮੌਤ ਤੁਹਾਡੇ ਸਰੀਰ ਤੇ ਹਮਲਾ ਕਰੇ ਤਾਂ ਤੁਸੀਂ ਵੇਖੋਗੇ ਕਿ ਆਦਮੀ ਦਾ ਬਣਾਇਆ ਹੋਇਆ ਧਰਮ ਮੌਤ ਦੇ ਸਮੇਂ ਠਹਿਰੇਗਾ ਨਹੀਂ। ਨਬੀ ਨੇ ਸਾਫ਼ ਤੇ ਸਪਸ਼ਟ ਕਲੀਅਰ ਕੀਤਾ ਵੀ ਜੇ ਤੁਹਾਡੇ ਕੋਲ ਪਵਿੱਤਰ ਆਤਮਾ ਤੋਂ ਬਗੈਰ ਕੋਈ ਹੋਰ ਚੀਜ਼ ਹੈ ਤੇ ਜਦੋਂ ਮੌਤ ਤੁਹਾਡੇ ਉੱਤੇ ਅਟੈਕ ਕਰੇਗੀ ਤਾਂ ਤੁਸੀਂ ਵੇਖੋਗੇ ਕਿ ਆਦਮੀ ਦਾ ਬਣਾਇਆ ਹੋਇਆ ਧਰਮ ਮੌਤ ਦੇ ਸਮੇਂ ਠਹਿਰੇਗਾ ਨਹੀਂ। ਇਸ ਕਰਕੇ ਖੁਦਾ ਦੇ ਵਿੱਚ ਖੁਦਾ ਚਾਹੁੰਦਾ ਵੀ ਤੁਸੀਂ ਉਹਦੇ ਵਚਨਾਂ ਦੇ ਵਿੱਚ ਪਰਫੈਕਟ ਹੋ ਜਾਵੋ। ਖੁਦਾ ਅੱਜ ਸਿਖਾ ਰਿਹਾ ਹੈ ਆਪਣੇ ਲੋਕਾਂ ਨੂੰ, ਕਿਉਂਕਿ ਖੁਦਾ ਨੇ ਜਦੋਂ ਆਪਣੀ ਦੁਲਹਨ ਨੂੰ ਲੈਣ ਆਣਾ, ਦੁਲਹਨ ਨੂੰ ਲਿਜਾਣ ਤੋਂ ਪਹਿਲਾਂ ਉਹਨੇ ਦੁਲਹਨ ਦੀ ਤਿਆਰੀ ਕਰਵਾਣੀ ਆ ਪੂਰੀ ਤਰ੍ਹਾਂ। ਵਚਨ ਦੇ ਨਾਲ ਸ਼ਿੰਗਾਰ ਕਰਕੇ ਉਹਨੂੰ ਦੁਲਹਨ ਨੂੰ ਲੈ ਕੇ ਜਾਣਾ ਉਹਨੇ। ਇਹ ਨਹੀਂ ਵੀ ਕੋਈ ਆਪਣੇ ਆਪ ਨੂੰ ਕਵੇ ਮੈਂ ਦੁਲਹਨ ਦਾ ਹਿੱਸਾ ਆ ਤੇ ਉਹ ਵਚਨ ਨੂੰ ਪੂਰਾ ਨਾ ਕਰਦਾ ਹੋਵੇ, ਵਿਸ਼ਵਾਸ ਕਰਦਾ ਹੋਵੇ ਲੇਕਿਨ ਕਰਮ ਨਾ ਕਰਦਾ ਹੋਵੇ ਤੇ ਉਹ ਬੰਦਾ ਰੈਪਚਰ ਦੇ ਵਿੱਚ ਨਹੀਂ ਜਾਵੇਗਾ। ਇਹ ਗੱਲ ਸਾਫ਼ ਤੇ ਸਪਸ਼ਟ ਹੈ, ਕਿਉਂਕਿ ਵਿਸ਼ਵਾਸ ਤਾਂ ਭੂਤ ਵੀ ਕਰਦੇ ਆ। ਇਕੱਲੇ ਵਿਸ਼ਵਾਸ ਦੇ ਨਾਲ ਕਿਸੇ ਦਾ ਬਚਾਇਆ ਜਾਣਾ ਨਹੀਂ ਆ। ਅੱਜ ਲੋਕਾਂ ਨੂੰ ਇਹੀ ਭੁਲੇਖਾ ਆ ਵੀ ਅਸੀਂ ਵਿਸ਼ਵਾਸ ਕਰਦੇ ਆ, ਡਿਨੋਮੀਨੇਸ਼ਨ ਚਰਚਾਂ ਵੀ ਵਿਸ਼ਵਾਸ ਕਰਦੀਆਂ ਨੇ ਤੇ ਕੀ ਉਹ ਬਚਾ ਲਈਆਂ ਜਾਣਗੀਆਂ? ਕਿਉਂਕਿ ਉਹਨਾਂ ਨੇ ਵਚਨ ਨੂੰ ਪੂਰਾ ਹੀ ਨਹੀਂ ਕੀਤਾ। ਬੈਪਟਾਈਜ਼ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੈ ਤੇ ਡਿਨੋਮੀਨੇਸ਼ਨ ਚਰਚਾਂ ਦੇ ਵਿੱਚ ਬੈਪਟਾਈਜ਼ ਕਿੱਦਾਂ ਦਿੱਤਾ ਜਾਂਦਾ ਹੈ? ਦੁਸ਼ਟਾਂਤ ਬੋਲ ਕੇ। ਵਿਸ਼ਵਾਸ ਤਾਂ ਕੀਤਾ ਲੇਕਿਨ ਕਰਮ ਨਹੀਂ ਕੀਤਾ ਤੇ ਬਚਾਇਆ ਜਾਣਾ ਨਹੀਂ ਹੋਵੇਗਾ। ਯਿਸੂ ਮਸੀਹ ਨੇ ਕਿਹਾ ਸੀ ਨਿਕੋਦੇਮਸ ਨੂੰ, ਜਦੋਂ ਤੱਕ ਕੋਈ ਜਲ ਅਤੇ ਆਤਮਾ ਦੇ ਨਾਲ ਨਹੀਂ ਜੰਮਦਾ ਖੁਦਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰੇਗਾ। ਇਸ ਕਰਕੇ ਵਿਸ਼ਵਾਸ ਕਰਨਾ ਕਾਫੀ ਨਹੀਂ ਹੈ, ਕਰਮ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਵਿਸ਼ਵਾਸ ਤਾਂ ਭੂਤ ਵੀ ਕਰਦੇ ਹਨ ਤੇ ਜੇ ਤੁਸੀਂ ਭੂਤਾਂ ਵਾਲਾ ਵਿਸ਼ਵਾਸ ਲੈ ਕੇ ਫਿਰ ਰਹੇ ਹੋ ਤੇ ਖੁਦਾ ਦੇ ਕੋਲੋਂ ਕੁਝ ਵੀ ਪ੍ਰਾਪਤ ਨਹੀਂ ਕਰੋਗੇ। ਕਿਉਂਕਿ ਭੂਤ ਸੀ ਵਿਸ਼ਵਾਸ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਯਿਸੂ ਮਸੀਹ ਸੱਚ ਹੈ, ਇੱਕੋ ਹੀ ਖੁਦਾ ਹੈ, ਲੇਕਿਨ ਉਹ ਕਰਮ ਨਹੀਂ ਕਰ ਸਕਦੇ ਕਿਉਂਕਿ ਉਹ ਬੀਤ ਚੁੱਕਿਆ ਸਮਾਂ ਹੈ, ਉਹਨਾਂ ਦਾ ਸਮਾਂ ਨਿਕਲ ਚੁੱਕਿਆ। ਲੇਕਿਨ ਅੱਜ ਤੁਹਾਡੇ ਕੋਲ ਸਮਾਂ ਹੈ, ਤੁਸੀਂ ਵਿਸ਼ਵਾਸ ਦੇ ਨਾਲ ਨਾਲ ਕਰਮ ਵੀ ਕਰ ਸਕਦੇ ਹੋ, ਖੁਦਾ ਦੇ ਕੰਮਾਂ ਨੂੰ ਵੀ ਕਰ ਸਕਦੇ ਹੋ। ਹੁਣ ਮੈਂ ਧਿਆਨ ਦਿੰਦਾ ਹਾਂ ਕਿ ਹਵਾ ਅਤੇ ਆਦਮ ਨੇ ਆਪਣੇ ਆਪ ਨੂੰ ਹੰਜੀਰ ਦੇ ਕੁਝ ਪੱਤਿਆਂ ਵਿੱਚ ਲਪੇਟ ਲਿਆ, ਪਰ ਜਦੋਂ ਖੁਦਾ ਨਾਲ ਸਾਹਮਣਾ ਕਰਨ ਦਾ ਮੌਕਾ ਆਇਆ ਉਹ ਦੋਸ਼ੀ ਠਹਿਰਾ ਦਿੱਤੇ ਗਏ। ਆਪਣੇ ਆਪ ਨੂੰ ਹੰਜੀਰ ਦੇ ਪੱਤਿਆਂ ਦੇ ਨਾਲ ਤਾਂ ਲਪੇਟ ਲਿਆ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਨੰਗੇ ਆ, ਲੇਕਿਨ ਜਦੋਂ ਖੁਦਾ ਦੇ ਨਾਲ ਸਾਹਮਣਾ ਹੋਇਆ ਤੇ ਦੋਸ਼ੀ ਠਹਿਰਾ ਦਿੱਤੇ ਗਏ, ਕਿਉਂਕਿ ਖੁਦਾ ਦੇ ਨਾਲ ਕੋਈ ਵੀ ਧੋਖਾ ਨਹੀਂ ਕਰ ਸਕਦਾ। ਉਹਨਾਂ ਨੇ ਮਹਿਸੂਸ ਕੀਤਾ ਕਿ ਮਨੁੱਖ ਦਾ ਬਣਾਇਆ ਹੋਇਆ ਧਰਮ ਕੰਮ ਨਹੀਂ ਕਰੇਗਾ, ਇਸ ਲਈ ਜਦੋਂ ਖੁਦਾ ਨੇ ਉਹਨਾਂ ਨੂੰ ਬੁਲਾਇਆ ਤੇ ਉਹ ਸ਼ਰਮਿੰਦਗੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਕਿਉਂਕਿ ਉਹਨਾਂ ਨੇ ਖੁਦਾ ਦੀ ਆਗਿਆ ਨੂੰ ਤੋੜਿਆ ਸੀਗਾ। ਤੇ ਨਬੀ ਕਹਿੰਦਾ ਤੁਸੀਂ ਵੀ ਖੁਦਾ ਦੀ ਆਗਿਆ ਨੂੰ ਤੋੜਦੇ ਹੋ ਤੇ ਤੁਸੀਂ ਸੰਕਟ ਵਿੱਚ ਪੈ ਸਕਦੇ ਹੋ, ਤੁਸੀਂ ਬਰਬਾਦੀ ਵਿੱਚ ਜਾ ਸਕਦੇ ਹੋ। ਨਬੀ ਨੇ ਕਿਹਾ ਵੇਖੋ ਮਨੁੱਖ ਕਦੇ ਖੁਦਾ ਨੂੰ ਸਮਝ ਨਹੀਂ ਸਕਦਾ। ਉਹ ਕਹਿੰਦਾ ਮਨੁੱਖ ਕਦੇ ਵੀ ਖੁਦਾ ਨੂੰ ਸਮਝ ਨਹੀਂ ਸਕਦਾ, ਤੁਹਾਨੂੰ ਬਸ ਉਸ ਦਾ ਵਿਸ਼ਵਾਸ ਕਰਨਾ ਪੈਣਾ ਹੈ। ਤੁਹਾਨੂੰ ਕੀ ਕਰਨਾ ਪੈਣਾ? ਸਿਰਫ ਉਸ ਦਾ ਵਿਸ਼ਵਾਸ ਕਰਨਾ ਪੈਣਾ ਹੈ। ਮੈਂ ਕਿਵੇਂ ਆਪਣੀ ਛੋਟੀ ਲੜਕੀ ਨੂੰ ਸਮਝਾ ਸਕਦਾ ਹਾਂ ਜੇ ਉਹ ਮੇਰੇ ਤਿੱਖੇ ਬਲੇਡ ਨੂੰ ਲੈ ਕੇ ਆਪਣੇ ਚਿਹਰੇ ਉੱਤੇ ਘੁਮਾਉਣ ਦੀ ਮੰਗ ਕਰੇ? ਮੈਂ ਕਿਵੇਂ ਕਰ ਸਕਦਾ ਹਾਂ? ਕੀ ਮੈਂ ਉਸ ਨੂੰ ਸਮਝਾ ਸਕਦਾ ਹਾਂ ਕਿ ਇਹ ਉਸ ਨੂੰ ਕੀ ਕਰੇਗਾ? ਉਹ ਤਾਂ ਬਸ 2 ਸਾਲਾਂ ਦੀ ਹੈ, ਉਸ ਨੂੰ ਮੇਰਾ ਵਿਸ਼ਵਾਸ ਕਰਨਾ ਪੈਣਾ ਹੈ। ਇਹੋ ਹੀ ਸੱਚਾਈ ਹੈ। ਮੈਂ ਬਸ ਇੰਨਾ ਕਹਿੰਦਾ ਹਾਂ ਤੂੰ ਇਸ ਨੂੰ ਲੈ ਨਹੀਂ ਸਕਦੀ। ਹੁਣ ਨਬੀ ਕਹਿੰਦਾ ਮੇਰੀ ਛੋਟੀ ਬੇਟੀ ਹੈ 2 ਸਾਲ ਦੀ, ਉਹ ਬਲੇਡ ਲੈ ਕੇ ਆਪਣੇ ਮੂੰਹ ਤੇ ਫੇਰੇ ਤੇ ਕੀ ਮੈਂ ਉਹਨੂੰ ਸਮਝਾ ਨਹੀਂ ਸਕਦਾ ਕੁਝ ਵੀ, ਕਿਉਂਕਿ ਉਹਨੇ ਉਹਨਾਂ ਗੱਲਾਂ ਨੂੰ ਸਮਝਣਾ ਨਹੀਂ ਆ। ਲੇਕਿਨ ਉਹਨੂੰ ਤਾਂ ਸਿਰਫ ਮੇਰੀ ਗੱਲ ਤੇ ਵਿਸ਼ਵਾਸ ਹੀ ਕਰਨਾ ਪੈਣਾ ਆ। ਜੇ ਅੱਜ ਖੁਦਾ ਆਪਣੇ ਲੋਕਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆ ਤੇ ਤੁਹਾਨੂੰ ਉਹਦੇ ਉੱਪਰ ਵਿਸ਼ਵਾਸ ਕਰਨਾ ਪੈਣਾ। ਹੋ ਸਕਦਾ ਤੁਸੀਂ ਆਪਣੇ ਦਿਮਾਗ ਵਿੱਚ ਬਹੁਤ ਕੁਝ ਸੋਚਦੇ ਹੋ ਵੀ ਅਸੀਂ ਇਦਾਂ ਕਰ ਲਈਏ, ਅਸੀਂ ਉਦਾਂ ਕਰ ਲਈਏ, ਲੇਕਿਨ ਜੇ ਖੁਦਾ ਤੁਹਾਨੂੰ ਕਿਸੇ ਚੀਜ਼ ਲਈ ਮਨਾ ਕਰਦਾ ਤੇ ਤੁਹਾਨੂੰ ਮਨਾ ਹੋਣਾ ਪੈਣਾ। ਇਸ ਕਰਕੇ ਉਹਨੇ ਇਸ ਯੁੱਗ ਦੇ ਵਿੱਚ ਇੱਕ ਨਬੀ ਨੂੰ ਭੇਜਿਆ
ਜਿਨੇ ਵਚਨ ਦੇ ਦੁਆਰਾ ਲੋਕਾਂ ਨੂੰ ਸਿਖਾਇਆ ਤੁਹਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ, ਤੁਸੀਂ ਕਿੱਦਾਂ ਦਾ ਇੱਕ ਮਸੀਹ ਜੀਵਨ ਜੀ ਸਕਦੇ ਹੋ। ਫਿਰ ਨਬੀ ਕਹਿੰਦਾ ਕੀ ਹੋਵੇ ਜੇ ਮੇਰੀ ਛੋਟੀ ਲੜਕੀ 3 ਸਾਲ ਦੀ ਜਾਂ 2 ਸਾਲ ਦੀ ਹੋਵੇ, ਮੇਰੀ ਬੰਦੂਕ ਲੈ ਕੇ ਘੋੜੇ ਨੂੰ ਪਿਛਾਂ ਕਰੇ ਅਤੇ ਇਸ ਵਿੱਚ ਰੋਂਦ ਪਾ ਦੇਵੇ, ਉਹ ਇਸ ਨਾਲ ਖੇਡਣਾ ਚਾਹੇ, ਇਸ ਲਈ ਚੀਖੇ ਚਿਲਾਵੇ ਅਤੇ ਇਸ ਨੂੰ ਘੁੱਟ ਕੇ ਭੜੀ ਰੱਖੇ, ਇਹ ਕੋਈ ਮਾਇਨੇ ਨਹੀਂ ਰੱਖਦਾ ਉਹ ਕਿੰਨਾ ਜ਼ਿਆਦਾ ਇਸ ਨੂੰ ਚਾਹੁੰਦੀ ਹੈ, ਮੈਂ ਉਸ ਨੂੰ ਇਹ ਨਹੀਂ ਲੈਣ ਦਿਆਂਗਾ। ਉਹ ਕਹਿੰਦਾ ਮੇਰੀ ਬੇਟੀ ਬੰਦੂਕ ਲੈ ਲਵੇ, ਉਹਨੂੰ ਫੜੀ ਰੱਖੇ, ਉਹ ਜਿੰਨਾ ਮਰਜ਼ੀ ਚੀਕੇ ਚਲਾਵੇ, ਜਿੰਨੀ ਮਰਜ਼ੀ ਉਸ ਨੂੰ ਪਸੰਦ ਕਰਦੀ ਹੋਵੇ ਬੰਦੂਕ ਨੂੰ, ਲੇਕਿਨ ਮੈਂ ਉਸ ਨੂੰ ਲੈਣ ਨਹੀਂ ਦਊਂਗਾ, ਕਿਉਂਕਿ ਨਬੀ ਕਹਿੰਦਾ ਮੈਨੂੰ ਪਤਾ ਹੈ ਵੀ ਉਹ ਬੰਦੂਕ ਦੇ ਨਾਲ ਉਸ ਨੂੰ ਨੁਕਸਾਨ ਹੋ ਸਕਦਾ। ਇਸੇ ਤਰ੍ਹਾਂ ਖੁਦਾ ਵੀ ਆਪਣੇ ਬੱਚਿਆਂ ਨੂੰ ਉਹ ਚੀਜ਼ਾਂ ਦੇ ਵਿੱਚ ਜਾਣ ਨਹੀਂ ਦਿੰਦਾ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ। ਇਸ ਕਰਕੇ ਖੁਦਾਵੰਦ ਅੱਜ ਤਿਆਰੀ ਕਰਵਾ ਰਿਹਾ ਹੈ ਆਪਣੇ ਲੋਕਾਂ ਨੂੰ, ਆਪਣੇ ਬੱਚਿਆਂ ਨੂੰ ਤਿਆਰੀ ਕਰਵਾ ਰਿਹਾ ਹੈ, ਠੀਕ ਹੈ ਨਾ। ਬਿਨਾਂ ਤਿਆਰੀ ਤੋਂ ਕੋਈ ਵੀ ਬੰਦਾ ਖੁਦਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਖੁਦਾਵੰਦ ਅੱਜ ਕੀ ਕਰਾ ਰਿਹਾ, ਤਿਆਰੀ ਕਰਵਾ ਰਿਹਾ ਹੈ। ਇੱਕ ਵਿਅਕਤੀ ਨੇ ਖੁਦਾ ਦੇ ਆਤਮਾ ਤੋਂ ਜਨਮ ਪਾਉਣਾ, ਫਿਰ ਤੋਂ ਪੈਦਾ ਹੋਣਾ, ਇੱਕ ਨਵੀਂ ਸ੍ਰਿਸ਼ਟੀ ਬਣਨਾ ਪੈਣਾ ਹੈ। ਉਹ ਕਹਿੰਦਾ ਇੱਕ ਬੰਦੇ ਨੂੰ ਖੁਦਾ ਦੇ ਰਾਜ ਵਿੱਚ ਜਾਣ ਤੋਂ ਪਹਿਲਾਂ ਇੱਕ ਬੰਦੇ ਨੂੰ ਖੁਦਾ ਦੇ ਆਤਮਾ ਤੋਂ ਜਨਮ ਪਾਉਣਾ, ਫਿਰ ਤੋਂ ਪੈਦਾ ਹੋਣਾ, ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ। ਕੋਈ ਬੰਦਾ ਭੁਲੇਖੇ 'ਚ ਨਾ ਰਵੇ। ਅੱਜ ਲੋਕ ਭੁਲੇਖੇ ਵਿੱਚ ਬੈਠੇ ਹਨ, ਲੋਕਾਂ ਦਾ ਮਸੀਹ ਜੀਵਨ ਸਹੀ ਨਹੀਂ ਹੈ ਤੇ ਲੋਕ ਕੀ ਆਸ ਕਰ ਰਹੇ ਹਨ, ਰੈਪਚਰ ਦੀ ਆਸ ਕਰ ਰਹੇ ਹਨ, ਤੇ ਬਿਨਾਂ ਪਵਿੱਤਰ ਆਤਮਾ ਤੋਂ ਕੋਈ ਰੈਪਚਰ ਵਿੱਚ ਨਹੀਂ ਜਾ ਸਕਦਾ। ਇਸ ਕਰਕੇ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ, ਨਹੀਂ ਤਾਂ ਉਹ ਬਰਬਾਦ ਹੈ। ਫਿਰ ਉਹ ਬੰਦਾ ਬਰਬਾਦ ਆ, ਭੁਲੇਖੇ ਵਿੱਚ ਆ, ਕਿਉਂਕਿ ਨਬੀ ਨੇ ਸਾਫ਼ ਤੇ ਸਪਸ਼ਟ ਕਿਹਾ ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ, ਨਹੀਂ ਤਾਂ ਉਹ ਬੰਦਾ ਬਰਬਾਦ ਹੈ। ਇਹ ਸੱਚ ਹੈ, ਇਹ ਬਿਲਕੁਲ ਸੱਚ ਗੱਲ ਹੈ। ਸਾਨੂੰ ਉਸ ਤੇ ਨਿਸ਼ਚਾ ਕਰਨੀ ਪੈਣੀ ਹੈ, ਸਾਨੂੰ ਇਸ ਨੂੰ ਕਬੂਲ ਕਰਨਾ ਪੈਣਾ ਹੈ। ਤੁਸੀਂ ਆਖਦੇ ਹੋ ਠੀਕ ਹੈ, ਜੇ ਮੈਂ ਵਿਸ਼ਵਾਸ ਕਰ ਲਵਾਂ ਇਹ ਮਾਮਲਾ ਹੱਲ ਕਰ ਦਿੰਦਾ ਹਾਂ। ਉਹ ਕਹਿੰਦਾ ਤੁਸੀਂ ਆਖਦੇ ਮੈਂ ਵਿਸ਼ਵਾਸ ਕਰ ਲਿਆ, ਮਾਮਲਾ ਹੱਲ ਆ, ਬਸ ਮੈਂ ਕਰਦਾ ਖੁਦਾ ਦੇ ਵਚਨ ਤੇ ਵਿਸ਼ਵਾਸ। ਉਹ ਕਹਿੰਦਾ ਏਦਾਂ ਨਹੀਂ ਚੱਲਣਾ, ਕੱਲਾ ਵਿਸ਼ਵਾਸ ਨਹੀਂ, ਇਹ ਮਾਮਲਾ ਹੱਲ ਨਹੀਂ ਕਰਦਾ। ਇੱਕ ਰਾਤ ਤੁਹਾਨੂੰ ਦੱਸਿਆ ਗਿਆ ਸੀ ਕਾਇਨ ਇੱਕ ਨਿਸ਼ਚਾਵਾਨ ਸੀ। ਹੁਣ ਤੁਹਾਨੂੰ ਪਤਾ ਨਬੀ ਕਹਿੰਦਾ ਕਾਇਨ ਵੀ ਨਿਸ਼ਚਾਵਾਨ ਸੀ। ਜੇ ਤੁਸੀਂ ਕਹਿੰਦੇ ਮੈਂ ਵਿਸ਼ਵਾਸ ਕਰਦਾ, ਕੋਈ ਗੱਲ ਨਹੀਂ ਪਾਸਟਰ ਜੋ ਮਰਜ਼ੀ ਕਹੀ ਜਾਵੇ, ਕੋਈ ਕਰਮ ਕਰਨ ਦੀ ਲੋੜ ਨਹੀਂ ਆ। ਉਹ ਕਹਿੰਦਾ ਕਾਇਨ ਵੀ ਨਿਸ਼ਚਾਵਾਨ ਸੀ ਅਤੇ ਅੱਜ ਰਾਤ ਮੈਂ ਉਸ ਨਾਲੋਂ ਥੋੜਾ ਜ਼ਿਆਦਾ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਸ਼ੈਤਾਨ ਇੱਕ ਨਿਸ਼ਚਾਵਾਨ ਹੈ। ਬਾਈਬਲ ਆਖਦੀ ਹੈ ਕਿ ਉਹ ਨਿਸ਼ਚਾ ਕਰਦਾ ਤੇ ਕੰਬਦਾ ਹੈ। ਸ਼ੈਤਾਨ ਕੌਣ? ਅੱਜ ਲੋਕ ਕਹਿੰਦੇ ਅਸੀਂ ਵਿਸ਼ਵਾਸੀ ਆ, ਸ਼ੈਤਾਨ ਵੀ ਵਿਸ਼ਵਾਸੀ ਆ। ਹੁਣ ਤੁਸੀਂ ਦੱਸੋ ਤੁਸੀਂ ਕਿੱਦਾਂ ਫਰਕ ਪੈਦਾ ਕਰੋਗੇ ਵੀ ਸ਼ੈਤਾਨ ਨਾਲੋਂ ਤੁਸੀਂ ਜ਼ਿਆਦਾ ਵਧੀਆ ਸਥਾਨ ਤੇ ਹੋ? ਕਿਉਂਕਿ ਨਬੀ ਨੇ ਕਿਹਾ ਸ਼ੈਤਾਨ ਵੀ ਵਿਸ਼ਵਾਸੀ ਆ ਤੇ ਅੱਜ ਲੋਕ ਕਹਿੰਦੇ ਅਸੀਂ ਵੀ ਵਿਸ਼ਵਾਸੀ ਆ। ਫਿਰ ਫੈਸਲਾ ਹੋਵੇਗਾ ਕਿੱਦਾਂ? ਉਹ ਨਿਸ਼ਚਾ ਕਰਦਾ ਤੇ ਕੰਬਦਾ ਹੈ, ਸ਼ੈਤਾਨ ਇੱਕ ਨਿਸ਼ਚਾਵਾਨ ਹੈ। ਹੁਣ ਜੇ ਖੁਦਾ ਵਿੱਚ ਨਿਸ਼ਚਾ ਤੇ ਵਿਸ਼ਵਾਸ ਹੀ ਸਭ ਕੁਝ ਹੈ, ਉਹ ਕਹਿੰਦਾ ਖੁਦਾ 'ਚ ਨਿਸ਼ਚਾ ਕਰਨਾ ਮਤਲਬ ਵਿਸ਼ਵਾਸ ਕਰਨਾ, ਖੁਦਾ ਤੇ ਬਲੀਵ ਕਰਨਾ ਹੀ ਸਭ ਕੁਝ ਹੈ। ਜੋ ਤੁਹਾਨੂੰ ਬਚਾਏ ਜਾਣ ਲਈ ਕਰਨਾ ਹੈ, ਫਿਰ ਤਾਂ ਖੁਦਾ ਦੇ ਵਚਨ ਦੇ ਮੁਤਾਬਿਕ ਸ਼ੈਤਾਨ ਵੀ ਬਚਿਆ ਹੋਇਆ ਹੈ। ਜੇ ਵਿਸ਼ਵਾਸ ਕਰਨਾ ਹੀ ਕਾਫੀ ਹੈ, ਜੇ ਲੋਕ ਕਹਿ ਦਿੰਦੇ ਅਸੀਂ ਕਰਦੇ ਤਾਂ ਹੈਗੇ ਵਿਸ਼ਵਾਸ, ਖੁਦਾ ਦੇ ਵਚਨ ਤੇ ਨਬੀ ਦੇ ਸੰਦੇਸ਼ਾਂ ਤੇ ਵਿਸ਼ਵਾਸ ਕਰਦੇ, ਹੋਰ ਕੀ ਕਰੀਏ, ਜਾਨ ਦੇ ਦਈਏ। ਹਾਂ, ਜੇ ਜਾਨ ਦੇਣੀ ਪਈ ਤੇ ਜਾਨ ਵੀ ਦੇਣੀ ਪੈਣੀ ਹੈ। ਨਬੀ ਕਹਿੰਦਾ ਵਿਸ਼ਵਾਸ ਤਾਂ ਭੂਤ ਵੀ ਕਰਦਾ ਆ, ਸ਼ੈਤਾਨ ਵੀ ਵਿਸ਼ਵਾਸ ਕਰਦਾ, ਫਿਰ ਤੇ ਸ਼ੈਤਾਨ ਵੀ ਬਚਾਇਆ ਹੋਇਆ। ਫਿਰ ਖੁਦਾ ਕਿਸ ਨਾਲ ਪੱਖਪਾਤ ਥੋੜੀ ਕਰਦਾ। ਜੇ ਇਕੱਲੇ ਵਿਸ਼ਵਾਸ ਦੁਆਰਾ ਤੁਸੀਂ ਬਚਾਏ ਜਾ ਰਹੇ ਹੋ, ਫਿਰ ਤਾਂ ਸ਼ੈਤਾਨ ਵੀ ਬਚਿਆ ਹੋਇਆ, ਕਿਉਂਕਿ ਅੱਜ ਮਨੁੱਖਾਂ ਤੋਂ ਜ਼ਿਆਦਾ ਵਿਸ਼ਵਾਸ ਸ਼ੈਤਾਨ ਕਰਦਾ ਖੁਦਾ ਦੇ ਉੱਪਰ। ਮਨੁੱਖ ਇੰਨਾ ਵਿਸ਼ਵਾਸ ਨਹੀਂ ਕਰਦੇ ਜਿੰਨਾ ਸ਼ੈਤਾਨ ਵਿਸ਼ਵਾਸ ਕਰਦਾ ਹੈ। ਫਿਰ ਖੁਦਾ ਦੇ ਵਚਨ ਦੇ ਮੁਤਾਬਿਕ ਸ਼ੈਤਾਨ ਵੀ ਬਚਿਆ ਹੋਇਆ ਹੈ। ਇਹ ਸਹੀ ਹੈ, ਕਹਿੰਦਾ ਇਹ ਗੱਲ ਸਹੀ ਹੈ, ਫਿਰ ਤਾਂ ਸ਼ੈਤਾਨ ਵੀ ਬਚਿਆ ਹੋਇਆ। ਪਰ ਭਾਈ ਜੀ ਇਸ ਨੂੰ ਪਵਿੱਤਰ ਆਤਮਾ, ਨਵਾਂ ਜਨਮ, ਦੁਬਾਰਾ ਜਨਮ ਲੈਣਾ, ਮਸੀਹ ਯਿਸੂ ਵਿੱਚ ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ। ਉਹ ਕਹਿੰਦਾ ਏਦਾਂ ਗੱਲ ਨਹੀਂ ਬਣਨੀ। ਪਵਿੱਤਰ ਆਤਮਾ, ਨਵਾਂ ਜਨਮ, ਦੁਬਾਰਾ ਜਨਮ ਲੈਣਾ, ਮਸੀਹ ਯਿਸੂ ਵਿੱਚ ਇੱਕ ਨਵੀਂ ਸ੍ਰਿਸ਼ਟ ਬਣਨਾ ਪੈਣਾ ਹੈ। ਖੁਦਾ ਹੇਠਾਂ ਆਉਂਦਾ ਹੈ ਤੇ ਆਪਣਾ ਆਤਮਾ ਤੁਹਾਡੇ ਅੰਦਰ ਰੱਖਦਾ ਹੈ। ਜਦੋਂ ਅਗਾਂਹ ਤੋਂ ਤੁਸੀਂ ਆਪਣੇ ਆਪ ਦੇ ਨਹੀਂ ਰਹਿੰਦੇ ਹੋ, ਸਗੋਂ ਖੁਦਾ ਦੇ ਹੁੰਦੇ ਹੋ, ਉਹ ਮੈਂ ਪਹਿਲਾਂ ਤੋਂ ਹੀ
ਧਾਰਮਿਕ ਮਹਿਸੂਸ ਕਰਨ ਲੱਗ ਪਿਆ ਹੈ। ਭਾਈ ਬ੍ਰਾਹਨਮ ਕਹਿੰਦੇ ਮੈਂ ਪਹਿਲਾਂ ਤੋਂ ਜ਼ਿਆਦਾ ਧਾਰਮਿਕ ਮਹਿਸੂਸ ਕਰਨ ਲੱਗ ਪਿਆ। ਜਦੋਂ ਖੁਦਾ ਆਂਦਾ ਆ ਫਿਰ ਤੁਸੀਂ ਆਪਣੇ ਆਪ ਦੇ ਨਹੀਂ ਰਹਿੰਦੇ। ਆ ਤੁਸੀਂ ਦੇਖੋ ਖੁਦਾ ਦੇ ਲੋਕ ਜਿਹੜੇ ਕਹਿੰਦੇ ਅਸੀਂ ਖੁਦਾ ਦੇ ਲੋਕ ਆ, ਅਸੀਂ ਉਹਦੇ ਆਤਮਾ ਦੇ ਚਲਾਏ ਚੱਲਦੇ ਆ। ਜਦੋਂ ਖੁਦਾ ਦੇ ਵਚਨ ਦੀ ਵਾਰੀ ਆਂਦੀ ਆ ਤੇ ਲੋਕ ਭੱਜਣਾ ਸ਼ੁਰੂ ਕਰ ਦਿੰਦੇ। ਜਦੋਂ ਕਰਮ ਕਰਨ ਦੀ ਵਾਰੀ ਆਂਦੀ ਆ ਲੋਕੀ ਭੱਜਣਾ ਸ਼ੁਰੂ ਕਰ ਦਿੰਦੇ ਆ। ਓਹੋ ਸੰਸਾਰ ਨੂੰ ਕਿੱਦਾਂ ਛੱਡਾਂ। ਫਿਰ ਤੁਹਾਡਾ ਵਿਸ਼ਵਾਸ ਭੂਤਾਂ ਵਾਲਾ ਵਿਸ਼ਵਾਸ ਆ। ਜੇ ਤੁਹਾਡੇ ਅੰਦਰ ਕਰਮ ਕਰਨ ਦੀ ਉਹ ਤਾਕਤ ਨਹੀਂ ਆ ਤੇ ਤੁਹਾਡਾ ਵਿਸ਼ਵਾਸ ਵੀ ਭੂਤਾਂ ਵਾਲਾ ਵਿਸ਼ਵਾਸ ਆ। ਠੀਕ ਹੈ ਨਾ। ਲੇਕਿਨ ਨਬੀ ਕਹਿੰਦਾ ਜਦੋਂ ਖੁਦਾ ਕਿਸ ਦੇ ਅੰਦਰ ਆਂਦਾ ਹੈ ਤੇ ਉਹ ਆਪਣੇ ਆਪ ਦਾ ਨਹੀਂ ਰਹਿੰਦਾ ਬੰਦਾ। ਉਹ ਭੈਣ ਭਾਈ ਫਿਰ ਆਪਣੇ ਆਪ ਦਾ ਨਹੀਂ ਰਹਿੰਦਾ। ਜਦੋਂ ਖੁਦਾ ਕਿਸ ਦੇ ਅੰਦਰ ਆ ਜਾਂਦਾ ਉਹ ਬੰਦੇ ਦਾ ਜੀਵਨ ਬਦਲ ਜਾਂਦਾ ਆ। ਉਹ ਹਰ ਕੰਮ ਦੇ ਵਿੱਚ ਖੁਦਾ ਨੂੰ ਪਹਿਲ ਦਿੰਦਾ ਆ ਤੇ ਇਹੋ ਜਿਹੇ ਲੋਕਾਂ ਨੂੰ ਲੋਕ ਪਸੰਦ ਨਹੀਂ ਕਰਦੇ। ਉਹ ਕਹਿੰਦੇ ਪਾਗਲ ਆ। ਜਿਹੜਾ ਬੰਦਾ ਖੁਦਾ ਦਾ ਕੰਮ ਕਰਦਾ, ਖੁਦਾ ਨੂੰ ਪਹਿਲ ਦਿੰਦਾ, ਲੋਕੀ ਉਹਨੂੰ ਕਹਿੰਦੇ ਪਾਗਲ ਆ। ਸਾਡੇ ਯੁੱਗ ਦੇ ਨਬੀ ਨੇ ਕਿਹਾ ਉਹਦੇ ਉੱਪਰ ਹੱਸਿਆ ਜਾਂਦਾ, ਉਹਦਾ ਮਜ਼ਾਕ ਉਡਾਇਆ ਜਾਂਦਾ। ਉਹ ਕਹਿੰਦੇ ਇਹਦੇ ਕੀ ਆ, ਵਚਨ ਲੈ ਕੇ ਘੁੰਮੀ ਜਾਂਦਾ ਕੱਲਾ। ਲੇਕਿਨ ਧਨ ਹੈ ਉਹ ਮਨੁੱਖ ਜਿਹਦੇ ਕੋਲ ਖੁਦਾ ਦਾ ਵਚਨ ਹੈ। ਪੈਸੇ ਨਾਲ ਕਿਸ ਦਾ ਬਚਾਵ ਨਹੀਂ ਹੋਣਾ, ਧਨ ਦੌਲਤ ਦੇ ਨਾਲ ਕਿਸ ਦਾ ਬਚਾਵ ਨਹੀਂ ਹੋਣਾ ਜਦੋਂ ਤੱਕ ਤੁਹਾਡੇ ਕੋਲ ਖੁਦਾ ਦਾ ਵਚਨ ਨਹੀਂ ਹੈ, ਉਹਦੀ ਆਗਿਆਕਾਰੀ ਤੁਹਾਡੇ ਜੀਵਨ ਦੇ ਵਿੱਚ ਨਹੀਂ ਆ। ਜੋ ਖੁਦਾਵੰਦ ਤਿਆਰੀ ਕਰਾ ਰਿਹਾ, ਤੁਸੀਂ ਉਹਦੀ ਤਿਆਰੀ ਦੇ ਵਿੱਚ ਨਹੀਂ ਚੱਲ ਰਹੇ ਤੇ ਤੁਸੀਂ ਬਚਾਏ ਨਹੀਂ ਜਾਵੋਗੇ। ਤੁਹਾਨੂੰ ਉਹਦੇ ਨਾਲ ਤਿਆਰੀ ਵਿੱਚ ਚੱਲਣਾ ਪੈਣਾ। ਖੁਦਾ ਤੁਹਾਨੂੰ ਤਿਆਰ ਕਰ ਰਿਹਾ ਆਪਣੇ ਪਵਿੱਤਰ ਆਤਮਾ ਦੁਆਰਾ, ਆਪਣੇ ਵਚਨਾਂ ਦੁਆਰਾ, ਸੰਦੇਸ਼ਾਂ ਦੁਆਰਾ ਤੁਹਾਨੂੰ ਤਿਆਰ ਕਰ ਰਿਹਾ ਹੈ ਤੇ ਤੁਹਾਨੂੰ ਉਹਦੀ ਤਿਆਰੀ ਵਿੱਚ ਚੱਲਣਾ ਪੈਣਾ ਹੈ। ਨਬੀ ਨੇ ਕਿਹਾ ਖੁਦਾ ਆਪਣੀ ਤਿਆਰੀ ਵਿੱਚ ਹੈ। ਪਿਛਾਂ ਜਦੋਂ ਖੁਦਾ ਸੰਸਾਰ ਨੂੰ ਨਾਸ਼ ਕਰਨ ਵਾਲਾ ਸੀ, ਉਸਨੇ ਸੰਸਾਰ ਨੂੰ ਨਾਸ਼ ਕਰਨ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਬਚਾਅ ਲਈ ਇੱਕ ਤਿਆਰੀ ਕੱਲੀ। ਕਹਿੰਦਾ ਜਦੋਂ ਖੁਦਾ ਨੇ ਨੂਹ ਦੇ ਸਮੇਂ ਲੋਕਾਂ ਨੂੰ ਨਾਸ਼ ਕਰਨਾ ਸੀ ਤੇ ਉਹਨੇ ਆਪਣੇ ਲੋਕਾਂ ਦੇ ਲਈ ਇੱਕ ਤਿਆਰੀ ਕੱਲੀ। ਜਿਹੜੇ ਬਚਨ ਦੀ ਇੱਛਾ ਰੱਖਦੇ ਸਨ ਉਹ ਹਮੇਸ਼ਾ ਹੀ ਤਿਆਰ ਕਰਦਾ ਹੈ। ਉਹ ਨਿਆਂ ਤੋਂ ਪਹਿਲਾਂ ਦਇਆ ਵਿਖਾਉਂਦਾ ਹੈ। 120 ਸਾਲ ਨੂਹ ਤੋਂ ਕਹਿੰਦਾ ਪ੍ਰਚਾਰ ਕਰਵਾਇਆ, ਲੇਕਿਨ ਨੂਹ ਨੇ ਵੀ ਵਿਸ਼ਵਾਸ ਕੀਤਾ, ਉਹਦੇ ਪਰਿਵਾਰ ਨੇ ਵਿਸ਼ਵਾਸ ਕੀਤਾ ਤੇ ਖੁਦਾ ਨੇ ਉਹਨਾਂ ਦੀ ਤਿਆਰੀ ਕਰਵਾਈ ਤੇ ਉਹਨਾਂ ਨੂੰ ਕਿਸ਼ਤੀ ਦੇ ਵਿੱਚ ਲੈ ਕੇ ਚਲਾ ਗਿਆ ਖੁਦਾ। ਤੇ ਬਾਕੀਆਂ ਦਾ ਕੀ ਕੀਤਾ, ਅੰਤ ਕਰ ਦਿੱਤਾ। ਉਹ ਨਿਆਂ ਤੋਂ ਪਹਿਲਾਂ ਦਇਆ ਵਿਖਾਉਂਦਾ ਹੈ। ਖੁਦਾਵੰਦ ਕਿਸੇ ਨੂੰ ਮਾਰਨ ਤੋਂ ਪਹਿਲਾਂ, ਨਿਆਂ ਲਿਆਉਣ ਤੋਂ ਪਹਿਲਾਂ ਦਇਆ ਵਿਖਾਉਂਦਾ ਹੈ। ਜੇ ਕੋਈ ਅੱਜ ਉਹਦੀ ਦਇਆ ਨੂੰ ਠੁਕਰਾਉਂਦਾ ਆ ਤੇ ਉਹ ਬੰਦਾ ਖਤਮ, ਕੋਈ ਬਚਾਵ ਨਹੀਂ ਉਸ ਬੰਦੇ ਦਾ, ਜੋ ਮਰਜ਼ੀ ਉਹ ਕਰ ਲਵੇ। ਅਤੇ ਜੇ ਮਨੁੱਖ ਕਿਰਪਾ ਨੂੰ ਰੱਦ ਦੇਣ ਤਾਂ ਸਿਰਫ ਇੱਕੋ ਹੀ ਚੀਜ਼ ਰਹਿ ਜਾਂਦੀ ਹੈ। ਨਬੀ ਕਹਿੰਦਾ ਜੇ ਲੋਕ ਕਿਰਪਾ ਨੂੰ ਰੱਦ ਦੇਣ, ਅੱਜ ਖੁਦਾਵੰਦ ਕਿੱਥੇ ਬੈਠਾ ਹੈ? ਅੱਜ ਖੁਦਾਵੰਦ ਕਿਰਪਾ ਦੇ ਸਿੰਘਾਸਨ ਤੇ ਬੈਠਾ ਆ। ਅੱਜ ਲੋਕਾਂ ਨੂੰ ਇਹ ਨਹੀਂ ਪਤਾ ਖੁਦਾਵੰਦ ਬੈਠਾ ਕਿਹੜੇ ਸਿੰਘਾਸਨ ਤੇ ਹੈ। ਖੁਦਾਵੰਦ ਅੱਜ ਕਿਰਪਾ ਦੇ ਸਿੰਘਾਸਨ ਤੇ ਬੈਠਾ ਆ। ਅਤੇ ਜੇ ਮਨੁੱਖ ਕਿਰਪਾ ਨੂੰ ਰੱਦ ਦੇਣ ਤਾਂ ਸਿਰਫ ਇੱਕੋ ਹੀ ਚੀਜ਼ ਰਹਿ ਜਾਂਦੀ ਹੈ, ਉਹ ਨਿਆਂ ਹੁੰਦਾ ਹੈ। ਅਤੇ ਖੁਦਾ ਤੁਹਾਡਾ ਨਿਆਂ ਨਹੀਂ ਕਰਦਾ। ਨਬੀ ਕਹਿੰਦਾ ਜੇ ਤੁਸੀਂ ਖੁਦਾ ਦੀ ਕਿਰਪਾ ਨੂੰ ਰੱਦ ਦਿੰਦੇ ਹੋ ਤੇ ਫਿਰ ਇੱਕੋ ਹੀ ਚੀਜ਼ ਰਹਿ ਜਾਂਦੀ ਆ, ਨਿਆਂ। ਲੇਕਿਨ ਖੁਦਾ ਤੁਹਾਡਾ ਨਿਆਂ ਨਹੀਂ ਕਰਦਾ, ਤੁਸੀਂ ਆਪੇ ਆਪਣਾ ਨਿਆਂ ਕਰਦੇ ਹੋ। ਨਬੀ ਕਹਿੰਦਾ ਤੁਸੀਂ ਆਪੇ ਹੀ ਆਪਣਾ ਨਿਆਂ ਕਰਦੇ ਹੋ। ਖੁਦਾ ਤੁਹਾਨੂੰ ਮੌਤ ਵਿੱਚ ਨਹੀਂ ਘੱਲਦਾ। ਲੋਕ ਆਪਣੇ ਆਪ ਮੌਤ ਵਿੱਚ ਚਲੇ ਜਾਂਦੇ ਹਨ ਕਿਉਂਕਿ ਖੁਦਾ ਨੇ ਦੋ ਰਾਹ ਦਿੱਤੇ ਹਨ। ਇੱਕ ਜੀਵਨ ਦਾ ਰਾਹ ਹੈ ਜਿਹੜਾ ਤੰਗ ਹੈ ਤੇ ਇੱਕ ਮੌਤ ਦਾ ਰਾਹ ਹੈ ਜਿਹੜਾ ਖੁੱਲਾ ਆ। ਜੇ ਤੁਸੀਂ ਭਲੇ ਬੁਰੇ ਦੇ ਵਿਰਖ ਤੋਂ ਖਾਓਗੇ ਤੇ ਜ਼ਰੂਰ ਹੈ ਮਾਰੇ ਜਾਵੋ, ਲੇਕਿਨ ਜੇ ਤੁਸੀਂ ਜੀਵਨ ਦੇ ਰੁੱਖ ਤੋਂ ਖਾਣੇ ਹੋ ਤਾਂ ਤੁਹਾਨੂੰ ਜੀਵਨ ਪ੍ਰਾਪਤ ਹੋਵੇਗਾ। ਇਸ ਕਰਕੇ ਖੁਦਾਵੰਦ ਚਾਹੁੰਦਾ ਤੁਸੀਂ ਤਿਆਰ ਹੋ ਜਾਵੋ। ਇਸ ਕਰਕੇ ਖੁਦਾ ਕਹਿ ਰਿਹਾ ਆ ਵੀ, ਨਬੀ ਕਹਿੰਦਾ ਵੀ ਖੁਦਾ ਤੁਹਾਡਾ ਨਿਆਂ ਨਹੀਂ ਕਰਦਾ, ਤੁਸੀਂ ਆਪਣਾ ਨਿਆਂ ਖੁਦ ਹੀ ਕਰਦੇ ਹੋ। ਅੱਜ ਲੋਕ ਆਪਣਾ ਨਿਆਂ ਆਪ ਹੀ ਕਰੀ ਜਾਂਦੇ ਆ। ਜਦੋਂ ਵਚਨ ਨੂੰ ਪਿੱਛੇ ਰੱਖਦੇ ਹਨ ਤੇ ਸੰਸਾਰ ਨੂੰ ਲੋਕ ਅੱਗੇ ਰੱਖਦੇ ਤਾਂ ਲੋਕੀ ਆਪਣਾ ਨਿਆਂ ਆਪ ਕਰਦੇ ਆ ਤੇ ਇਹੋ ਜਿਹੇ ਲੋਕਾਂ ਦਾ ਕੋਈ ਵੀ ਬਚਾਵ ਨਹੀਂ ਹੈ। ਖੁਦਾ ਨੇ ਕਿਹਾ ਸੀ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ ਉਸੇ ਦਿਨ ਹੀ ਤੂੰ ਮਰ ਜਾਵੇਂਗਾ, ਅਤੇ ਇਹੋ ਗੱਲ ਹੈ ਜੋ ਇਸ ਦਾ ਨਿਬੇੜਾ ਕਰ ਦਿੰਦੀ ਹੈ। ਖੁਦਾ ਨੇ ਕਿਹਾ ਸੀ ਜਿਸ ਦਿਨ ਤੂੰ ਉਸ ਤੋਂ ਖਾਵੇਂਗਾ ਤੂੰ ਉਸੇ ਦਿਨ ਮਰ ਜਾਵੇਂਗਾ। ਉਹ ਕਹਿੰਦਾ ਇਹੀ ਗੱਲ ਆ ਜਿਹੜਾ ਇਸ ਦਾ ਨਿਬੇੜਾ ਕਰ ਦਿੰਦੀ ਹੈ। ਅਤੇ ਫਿਰ ਜਦੋਂ ਖੁਦਾ ਨੇ ਨੂਹ ਨੂੰ ਪ੍ਰਚਾਰ ਕਰਨ ਲਈ ਅੱਗੇ ਭੇਜਿਆ, ਕਿ ਇਹ ਅਜੀਬ ਗੱਲ ਨਹੀਂ ਸੀ, ਕਦੇ ਬਾਰਿਸ਼ ਨਹੀਂ ਹੋਈ ਸੀ। ਨਬੀ ਕਹਿੰਦਾ ਜਦੋਂ ਨੂਹ ਨੂੰ ਖੁਦਾ ਨੇ ਪ੍ਰਚਾਰ ਕਰਨ ਦੇ ਲਈ ਭੇਜਿਆ ਸੀ ਤੇ ਕਹਿੰਦਾ ਬੜੀ ਅਜੀਬ ਗੱਲ ਨਹੀਂ ਸੀ ਇਹ ਵੀ ਕਦੇ ਬਾਰਿਸ਼ ਹੋਈ ਨਹੀਂ ਸੀ, ਕੋਈ ਪਾਣੀ ਨਹੀਂ ਸੀ।
ਪਰ ਸਿਰਫ ਧਰਤੀ ਦੇ ਹੇਠਾਂ ਸੀ ਅਤੇ ਇੱਕ ਬਜ਼ੁਰਗ ਆਦਮੀ ਉੱਥੇ ਆ ਗਿਆ, ਇੱਕ ਬੁੱਢਾ, ਇੱਕ ਪੁਰਾਣਾ ਪਵਿੱਤਰ ਪਖੰਡੀ, ਜਿਹਨੂੰ ਲੋਕੀ ਪਵਿੱਤਰ ਪਖੰਡੀ ਉਹਨੂੰ ਕਹਿੰਦੇ ਸੀਗੇ। ਇਸ ਕਰਕੇ ਨਬੀ ਕਹਿ ਰਿਹਾ ਪਵਿੱਤਰ ਪਖੰਡੀ, ਇਸ ਤਰੀਕੇ ਦੀ ਲਟਕਦੀ ਹੋਈ ਦਾੜੀ ਨਾਲ, ਅਤੇ ਇੱਕ ਹਥੌੜਾ ਲੈ ਲਿਆ ਅਤੇ ਇੱਕ ਕਿਸ਼ਤੀ ਨੂੰ ਬਣਾਉਣਾ ਆਰੰਭ ਕਰ ਦਿੱਤਾ। ਲੋਕੀ ਕੀ ਕਹਿੰਦੇ ਸੀ? ਨੂਹ ਨੂੰ ਪਵਿੱਤਰ ਪਖੰਡੀ ਕਹਿੰਦੇ ਸੀ ਉਹਨੂੰ, ਨਬੀ ਕਹਿੰਦਾ। ਲੇਕਿਨ ਉਹਨੂੰ ਖੁਦਾ ਨੇ ਜੋ ਕਿਹਾ ਸੀ ਉਹਨੇ ਉਹ ਕੰਮ ਨੂੰ ਪੂਰਾ ਕਰਨਾ ਸੀ, ਕਿਉਂਕਿ ਉਹ ਵਿਸ਼ਵਾਸ ਕਰਦਾ ਸੀ। ਲੇਕਿਨ ਹੁਣ ਉਹ ਕਰਮ ਕਰਨ ਲਈ ਚਲਾ ਗਿਆ, ਕਿਉਂਕਿ ਉਹਨੂੰ ਪਤਾ ਸੀ ਜੋ ਖੁਦਾ ਨੇ ਕਿਹਾ ਮੈਨੂੰ ਕਰਨਾ ਪਵੇਗਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲੋਕ ਸ਼ਹਿਰ ਵਿੱਚ ਇਸ ਬਾਰੇ ਗੱਲਾਂ ਕਰਦੇ ਹੋਣਗੇ? ਉਹ ਕਹਿੰਦੇ ਹੋਣਗੇ, ਓਏ ਤੁਸੀਂ ਉਸ ਮੀਂਹ ਦੀ ਕਹਾਣੀ ਬਾਰੇ ਕੀ ਸੋਚਦੇ ਹੋ ਜਿਹੜੀ ਉਹ ਬੁੱਢਾ ਉੱਥੇ ਸੁਣਾ ਰਿਹਾ ਹੈ? ਕਹਿੰਦਾ ਲੋਕ, ਤੁਸੀਂ ਕਲਪਨਾ ਕਰ ਸਕਦੇ ਹੋ ਵੀ ਲੋਕ ਉਸ ਸਮੇਂ ਗੱਲਾਂ ਕਰ ਰਹੇ ਹੋਣੇ ਆ ਵੀ ਉਹ ਮੀਂਹ ਦੀ ਕਹਾਣੀ ਬਾਰੇ ਤੁਸੀਂ ਕੀ ਸਮਝਦੇ ਹੋ ਭਾਈ? ਇੱਕ ਬੁੱਢਾ ਉੱਥੇ ਗੱਲਾਂ ਕਰ ਰਿਹਾ ਮੀਂਹ ਦੀ ਕਹਾਣੀਆਂ ਦੇ, ਪਰ ਉਸਦੇ ਕੋਲ ਖੁਦਾ ਦੀ ਇੱਛਾ ਸੀ। ਨਬੀ ਨੇ ਕਿਹਾ ਨੂਹ ਦੇ ਕੋਲ ਕੀ ਸੀ? ਖੁਦਾ ਦੀ ਇੱਛਾ। ਕੀ ਤੁਹਾਡੇ ਕੋਲ ਖੁਦਾ ਦੀ ਇੱਛਾ ਹੈ? ਅੱਜ ਜੋ ਖੁਦਾ ਚਾਹੁੰਦਾ ਤੁਸੀਂ ਆਪਣੇ ਜੀਵਨ ਦੇ ਵਿੱਚ ਉਸ ਇੱਛਾ ਨੂੰ ਪ੍ਰਤੀਕਿਰਿਆ ਵਿੱਚ ਲਿਆ ਰਹੇ ਹੋ ਕਿ ਨਹੀਂ ਲਿਆ ਰਹੇ ਹੋ? ਕੋਈ ਮਤਲਬ ਨਹੀਂ ਕਿ ਸੰਸਾਰ ਲਈ ਇਹ ਕਿੰਨੀ ਹਾਸੋਹੀਣੀ ਗੱਲ ਜਾਪਦੀ ਹੈ। ਖੁਦਾ ਕੋਲ ਇੱਕ ਮਨੁੱਖ ਸੀ ਜਿਸ ਉੱਤੇ ਉਹ ਵਿਸ਼ਵਾਸ ਕਰ ਸਕਦਾ ਸੀ ਅਤੇ ਉਸਨੇ ਕਿਸ਼ਤੀ ਬਣਾਈ। ਲੋਕਾਂ ਨੇ ਉਸਦਾ ਮਖੌਲ ਉਡਾਇਆ, ਇਸ ਚੀਜ਼ ਨੇ ਉਸਨੂੰ ਰੋਕ ਨਹੀਂ ਦਿੱਤਾ, ਉਸਨੇ ਬਸ ਅੱਗੇ ਵੱਧ ਕੇ ਇਸ ਨੂੰ ਬਣਾ ਦਿੱਤਾ। ਭਾਈ ਬ੍ਰੈਨਮ ਨੇ ਕਿਹਾ ਲੋਕਾਂ ਨੇ ਉਹਦਾ ਮਜ਼ਾਕ ਉਡਾਇਆ, ਲੇਕਿਨ ਉਸ ਮਜ਼ਾਕ ਨੇ ਨੂਹ ਨੂੰ ਰੋਕਿਆ ਨਹੀਂ, ਕਿਉਂਕਿ ਨੂਹ ਜਾਣਦਾ ਸੀ ਵੀ ਜੋ ਮੇਰੇ ਖੁਦਾ ਨੇ ਕਿਹਾ ਆ ਉਹ ਸੱਚ ਹੈ ਤੇ ਆਮੀਨ ਹੈ। ਤੇ ਅੱਜ ਵੀ ਸਾਡੇ ਯੁੱਗ ਦੇ ਨਬੀ ਨੇ ਕਿਹਾ ਆ ਵੀ ਯਿਸੂ ਮਸੀਹ ਆ ਰਿਹਾ ਹੈ ਆਪਣੀ ਦੁਲਹਨ ਨੂੰ ਲੈਣ। ਇਹ ਸੱਚ ਤੇ ਆਮੀਨ ਹੈ। ਕਦੋਂ ਆ ਰਿਹਾ ਹੈ ਅਸੀਂ ਨਹੀਂ ਜਾਣਦੇ, ਲੇਕਿਨ ਜਦੋਂ ਵੀ ਉਹ ਆਵੇ ਤੇ ਸਾਨੂੰ ਕੰਮ ਕਰਦਾ ਹੋਇਆ ਪਾਵੇ। ਅਸੀਂ ਉਹਦਾ ਪ੍ਰਚਾਰ ਕਰਦੇ ਹੋਏ ਪਾਏ ਜਾਣੇ ਚਾਹੀਦੇ ਆ, ਉਹ ਜਦੋਂ ਮਰਜ਼ੀ ਆਵੇ। ਠੀਕ ਹੈ ਨਾ? ਇਸੇ ਤਰ੍ਹਾਂ ਉਹਨੇ ਕਿਹਾ ਵੀ ਨੂਹ ਨੂੰ, ਲੋਕਾਂ ਨੇ ਨੂਹ ਦਾ ਮਜ਼ਾਕ ਉਡਾਇਆ, ਲੇਕਿਨ ਨੂਹ ਰੁਕਿਆ ਨਹੀਂ, ਉਹ ਕਿਸ਼ਤੀ ਬਣਾਉਣ ਦੇ ਵਿੱਚ ਬਿਜੀ ਰਿਹਾ। ਉਹਨੂੰ ਇੱਕੋ ਹੀ ਕੰਮ ਪਤਾ ਸੀਗਾ ਵੀ ਮੈਂ ਕਿਸ਼ਤੀ ਬਣਾਣੀ ਹੈ। ਉਹਨੇ ਲੋਕਾਂ ਨੂੰ ਪ੍ਰਚਾਰ ਵੀ ਕੀਤਾ ਵੀ ਆਓ, ਬਾਰਿਸ਼ ਆਉਣ ਵਾਲੀ, ਵਰਖਾ ਆਉਣ ਵਾਲੀ ਆ, ਆਓ। ਲੇਕਿਨ ਲੋਕਾਂ ਨੇ ਕਿਹਾ ਅਸੀਂ ਆਪਣਾ ਸਮਾਂ ਕਿਉਂ ਖਰਾਬ ਕਰੀਏ, ਕਿਉਂਕਿ ਲੋਕ ਚਾਹੁੰਦੇ ਸੀਗੇ ਉਸ ਸਮੇਂ ਵੀ ਅਸੀਂ ਵੀ ਵੱਡੇ ਵੱਡੇ ਕੰਮ ਕਰੀਏ। ਉਸ ਸਮੇਂ ਵੀ ਵਿਆਹ ਸ਼ਾਦੀਆਂ ਹੁੰਦੀ ਸੀ, ਲੋਕ ਘਰ-ਬਾਰ ਬਣਾਉਂਦੇ ਸੀ, ਸਭ ਕੁਝ ਕਰਦੇ ਸੀ। ਉਹ ਕਹਿੰਦੇ ਅਸੀਂ ਆਪਣੀ ਜਮਾ ਪੂੰਜੀ ਕਿਉਂ ਖਤਮ ਕਰੀਏ ਇਹਦੇ ਪਿੱਛੇ, ਇਹ ਬੰਦਾ ਤਾਂ ਪਾਗਲ ਹੋ ਗਿਆ, ਅਸੀਂ ਇਹਨੂੰ ਕਿਉਂ ਪੈਸਾ ਦਈਏ, ਅਸੀਂ ਇਹਦੇ ਪਿੱਛੇ ਕਿਉਂ ਲੱਗੀਏ। ਉਹਨਾਂ ਨੇ ਆਪਣੇ ਦਿਮਾਗ ਦਾ, ਆਪਣੀ ਸਮਝ ਦਾ ਸਹਾਰਾ ਲਿਆ, ਲੇਕਿਨ ਖੁਦਾ ਦੇ ਬੰਦੇ ਤੇ ਵਿਸ਼ਵਾਸ ਨਹੀਂ ਕੀਤਾ। ਅੱਜ ਵੀ ਜੇ ਤੁਸੀਂ ਖੁਦਾ ਦੇ ਬੰਦੇ ਤੇ, ਜਿਹੜਾ ਖੁਦਾ ਵੱਲੋਂ ਠਹਿਰਾਇਆ ਹੋਇਆ ਹੁੰਦਾ ਹੈ, ਉਹਦੇ ਉੱਪਰ ਵਿਸ਼ਵਾਸ ਨਹੀਂ ਕਰਦੇ, ਉਹ ਕੀ ਚਾਹੁੰਦਾ ਆ ਖੁਦਾ ਦੇ ਕੰਮ ਨੂੰ ਪ੍ਰਗਟ ਕਰਨਾ, ਤੁਸੀਂ ਉਹਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਵੀ ਨਾਸ਼ ਹੋ ਜਾਵੋਗੇ। ਇਸ ਕਰਕੇ ਜੋ ਖੁਦਾ ਦਾ ਵਚਨ ਕਹਿੰਦਾ ਤੁਹਾਨੂੰ ਉਹ ਕਰਨਾ ਪਵੇਗਾ। ਅਤੇ ਕੋਈ ਵੀ ਜਿਹੜਾ ਮਨੁੱਖ ਵਾਕਈ ਹੀ ਖੁਦਾ ਦਾ ਅਲੌਕਿਕ ਇੱਛਾ ਨੂੰ ਜਾਣਦਾ ਹੈ, ਉਹ ਨਵੇਂ ਸਿਰੇ ਤੋਂ ਜਨਮ ਲਿਆ ਹੋਇਆ ਹੈ। ਕਹਿੰਦਾ ਜੇ ਤੁਸੀਂ ਖੁਦਾ ਦੀ ਅਲੌਕਿਕ ਇੱਛਾ ਨੂੰ ਜਾਣਦੇ ਹੋ ਤੇ ਤੁਸੀਂ ਨया ਜਨਮ ਪਾਏ ਹੋਏ ਹੋ। ਉਸਨੇ ਨਏ ਸਿਰੇ ਤੋਂ ਜਨਮ ਲਿਆ ਹੋਇਆ ਹੈ। ਉਹ ਤੁਹਾਨੂੰ ਪਵਿੱਤਰ ਪਖੰਡੀ ਮੂਰਖ ਜੋ ਵੀ ਉਹ ਤੁਹਾਨੂੰ ਕੁਝ ਕਹਿ ਸਕਦੇ ਹਨ, ਤੁਸੀਂ ਬਸ ਅੱਗੇ ਵੱਧ ਕੇ ਕਿਸ਼ਤੀ ਦੀ ਉਸਾਰੀ ਕਰਦੇ ਜਾਓ। ਇਹ ਰਤਾ ਜਿੰਨਾ ਵੀ ਫਰਕ ਨਹੀਂ ਪਾਉਂਦਾ, ਇਹ ਸਹੀ ਹੈ, ਤੁਸੀਂ ਇਸ ਨੂੰ ਤਿਆਰ ਕਰਦੇ ਜਾਂਦੇ ਹੋ। ਉਹ ਕਹਿੰਦਾ ਤੁਹਾਨੂੰ ਲੋਕ ਕੁਝ ਵੀ ਕਹਿ ਰਹੇ ਹਨ, ਲੇਕਿਨ ਤੁਸੀਂ ਆਪਣੀ ਤਿਆਰੀ ਵਿੱਚ ਲੱਗੇ ਰਹੋ। ਲੋਕ ਤੁਹਾਨੂੰ ਪਖੰਡੀ ਕਹਿਣ, ਲਾਲਚੀ ਕਹਿਣ, ਗਲਤ ਕਹਿਣ, ਤੁਸੀਂ ਸਮੇਂ ਦੇ ਸੰਦੇਸ਼ ਦਾ ਪ੍ਰਚਾਰ ਕਰਦੇ ਜਾਓ ਤੇ ਜੋ ਤੁਹਾਨੂੰ ਖੁਦਾ ਦਾ ਆਤਮਾ ਬੁਲਾਉਂਦਾ ਹੈ ਤੁਸੀਂ ਬੋਲੀ ਜਾਣਾ ਹੈ। ਪਵਿੱਤਰ ਆਤਮਾ ਪਾਏ ਹੋਏ ਮਨੁੱਖ ਰੁਕਦੇ ਨਹੀਂ ਆ, ਲੋਕ ਜੋ ਮਰਜ਼ੀ ਉਹਨਾਂ ਨੂੰ ਕਹੀ ਜਾਣ, ਕਿਉਂਕਿ ਪਵਿੱਤਰ ਆਤਮਾ ਪਾਏ ਹੋਏ ਮਨੁੱਖ ਆਪਣੇ ਵੱਲੋਂ ਨਹੀਂ ਬੋਲਦੇ, ਉਹ ਹਮੇਸ਼ਾ ਖੁਦਾ ਦੀ ਆਵਾਜ਼ ਦੁਆਰਾ ਬੋਲਦੇ ਹਨ। ਜੋ ਖੁਦਾ ਦੀ ਆਵਾਜ਼ ਉਹਨਾਂ ਨੂੰ ਬੁਲਾਉਂਦੀ ਉਹੀ ਉਹ ਬੋਲਦੇ ਆ। ਇਸ ਕਰਕੇ ਨੂਹ ਨੇ ਵੀ ਉਹੀ ਕੰਮ ਕੀਤਾ ਜੋ ਖੁਦਾ ਨੇ ਉਸ ਤੋਂ ਕਰਵਾਇਆ। ਨਬੀ ਨੇ ਕਿਹਾ ਉਹਨਾਂ ਕੋਲ ਉਸ ਤੋਂ ਜ਼ਿਆਦਾ ਵਧੀਆ ਵਿਗਿਆਨੀ ਸਨ। ਕਹਿੰਦਾ ਉਸ ਸਮੇਂ ਉਹਨਾਂ ਦੇ ਕੋਲ ਬੜੇ ਤਗੜੇ ਵਿਗਿਆਨੀ ਸੀ, ਜਿੰਨੇ ਕਿ ਸਾਡੇ ਕੋਲ ਅੱਜ ਹਨ। ਮਿਸਰ ਵਿੱਚ ਜਾਓ, ਪ੍ਰਿਥਵੀ ਦੇ ਮੱਧ ਵਿੱਚ ਬਣਾਏ ਹੋਏ ਪਿਰਾਮਿਡਾਂ ਨੂੰ ਵੇਖੋ, ਕੋਈ ਮਤਲਬ ਨਹੀਂ ਕਿ ਸੂਰਜ ਕਿੱਥੇ ਹੈ। ਉੱਥੇ ਕਦੇ ਵੀ ਭੂਗੋਲਿਕ ਤਰੀਕੇ ਨਾਲ ਇਹ ਪ੍ਰਿਥਵੀ ਦੇ ਮੱਧ ਵਿੱਚ ਹੈ, ਇਸ ਦੇ ਦੁਆਲੇ ਕਦੇ ਵੀ ਪਰਛਾਵਾਂ ਨਹੀਂ ਪੈਂਦਾ।
ਕੋਈ ਮਤਲਬ ਨਹੀਂ ਇਸ ਕੀ ਸੂਰਜ ਕਿੱਥੇ, ਕੋਈ ਮਤਲਬ ਨਹੀਂ ਸੂਰਜ ਜਿੱਥੇ ਮਰਜ਼ੀ ਹੋਵੇ। ਉਹਨਾਂ ਨੇ ਇਸ ਨੂੰ ਕਿਵੇਂ ਬਣਾਇਆ ਅਤੇ ਉਹ ਪੱਥਰ ਘੱਟੋ ਘੱਟ 2 ਸ਼ਹਿਰਾਂ ਦੇ ਖੇਤਰ ਜਿੰਨੇ ਉੱਚੇ, ਜਿਹੜੇ ਬਿਲੀਅਨ ਟਨ ਭਾਰੇ ਸਨ, ਉਹਨਾਂ ਨੇ ਕਿਵੇਂ ਉਹਨਾਂ ਨੂੰ ਤਾਹਾਂ ਚੁੱਕਿਆ। ਹੁਣ ਕੋਈ ਇਹੋ ਜਿਹੀ ਚੀਜ਼ ਪੈਦਾ ਕਰੋ ਜਿਹੜੀ ਉਹਨਾਂ ਨੂੰ ਉੱਪਰ ਚੁੱਕ ਸਕੇ, ਉਹ ਇਹ ਨਹੀਂ ਕਰ ਸਕਦੇ। ਕਹਿੰਦਾ ਉਸ ਸਮੇਂ ਕਿੱਡੇ ਭਾਰੇ ਭਾਰੇ ਪੱਥਰ ਸੀਗੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਪੈਰਾਮਿਡ ਬਣਾਏ, ਕਿਹੜੀ ਮਸ਼ੀਨਰੀ ਇਸਤੇਮਾਲ ਕੀਤੀ। ਕਹਿੰਦੇ ਇੰਨਾ ਉਸ ਸਮੇਂ ਟੈਕਨੋਲੋਜੀ ਸੀ ਜਿਹੜੀ ਅੱਜ ਟੈਕਨੋਲੋਜੀ ਨਹੀਂ ਹੈ। ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਮਤਲਬ ਬੜਾ ਔਖਾ ਲੱਗਦਾ ਵੀ ਇੰਨੀ ਟੈਕਨੋਲੋਜੀ ਉਸ ਸਮੇਂ ਸੀਗੀ ਤੇ ਇੰਨੀ ਟੈਕਨੋਲੋਜੀ ਪਾਏ ਹੋਏ ਲੋਕ, ਇੰਨੇ ਗਿਆਨੀ ਲੋਕ ਕਿੱਦਾਂ ਵਿਸ਼ਵਾਸ ਕਰ ਸਕਦੇ ਜਦੋਂ ਉਹਨਾਂ ਨੇ ਪੂਰਾ ਪਤਾ ਲਾ ਲਿਆ ਸੀਗਾ ਵੀ ਕਿਤੇ ਵੀ ਵਰਖਾ ਦਾ ਕੋਈ ਚਿੰਨ੍ਹ ਨਹੀਂ ਹੈ। ਲੇਕਿਨ ਖੁਦਾ ਨੇ ਆਪਣੇ ਬੰਦੇ ਦੁਆਰਾ ਕਿਹਾ ਸੀਗਾ ਵੀ ਵਰਖਾ ਹੋਵੇਗੀ ਤੇ ਹੋਵੇਗੀ। ਇਸ ਕਰਕੇ ਮਨੁੱਖ ਕੀ ਕਹਿੰਦਾ ਆ, ਮਨੁੱਖ ਦਾ ਦਿਮਾਗ ਕੀ ਕਹਿੰਦਾ ਆ, ਖੁਦਾ ਦੇ ਵਚਨ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੁੰਦਾ। ਮਨੁੱਖੀ ਸੋਚਾਂ ਕੀ ਕਹਿੰਦੀਆਂ ਹਨ। ਖੁਦਾ ਨੇ ਜੋ ਕਿਹਾ ਖੁਦਾ ਉਹ ਕਰਕੇ ਰਹਿੰਦਾ ਆ। ਜੇ ਖੁਦਾ ਨੇ ਕਿਹਾ ਸੀ ਵਰਖਾ ਹੋਵੇਗੀ ਤੇ ਵਰਖਾ ਹੋਈ, ਤੇ ਉਹਨੇ ਕੀ ਕੀਤਾ, ਪੂਰੀ ਧਰਤੀ ਦਾ ਨਾਸ਼ ਕਰ ਦਿੱਤਾ। ਅੱਜ ਉਹ ਮਮੀਆਂ ਨਹੀਂ ਬਣਾ ਸਕਦੇ, ਜਿਵੇਂ ਉਹਨਾਂ ਨੇ ਉਹਨਾਂ ਦਿਨਾਂ ਵਿੱਚ ਲਾਸ਼ਾਂ ਦੀਆਂ ਬਣਾਈਆਂ ਸਨ, ਉਹਨਾਂ ਵਿੱਚ ਮਸਾਲੇ ਭਰਦੇ ਸੀ। ਉਹ ਕਹਿੰਦੇ ਤੁਸੀਂ ਦੇਖੋ ਅੱਜ ਜਦੋਂ ਕੋਈ ਜ਼ਮੀਨਾਂ ਵਿੱਚੋਂ ਖੋਦੇ ਜਾਂਦਾ ਮਮੀਆਂ ਨਿਕਲਦੀਆਂ, ਪੁਰਾਣੀਆਂ ਬੋਰੀਆਂ ਨਿਕਲਦੀ ਜਿਹੜੀ ਉਸੇ ਦੀ ਉਸੇ ਤਰ੍ਹਾਂ ਹੁੰਦੀਆਂ ਹਨ। ਲੇਕਿਨ ਕਹਿੰਦਾ ਅੱਜ ਲੋਕ ਉਸ ਤਰ੍ਹਾਂ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਸ ਸਮੇਂ ਕਰ ਸਕਦੇ ਸੀਗੇ। ਇਸ ਕਰਕੇ ਤੁਸੀਂ ਦੇਖੋ ਵੀ ਖੁਦਾਵੰਦ ਕਿੱਦਾਂ ਆਪਣੇ ਲੋਕਾਂ ਨੂੰ ਇਸਤੇਮਾਲ ਕਰਦਾ ਹੈ। ਕਿਸ ਤਰ੍ਹਾਂ ਉਹਨੇ ਨੂਹ ਦਾ ਇਸਤੇਮਾਲ ਕੀਤਾ ਤੇ ਲੋਕਾਂ ਵਿੱਚ 120 ਸਾਲ ਉਹਨੇ ਪ੍ਰਚਾਰ ਕਰਵਾਇਆ ਤਾਂ ਕਿ ਲੋਕ ਵਿਸ਼ਵਾਸ ਕਰਨ, ਲੇਕਿਨ ਕਿਸੇ ਨੇ ਵੀ ਵਿਸ਼ਵਾਸ ਨਹੀਂ ਕੀਤਾ। ਠੀਕ ਹੈ, ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਇਸ ਕਰਕੇ ਨਬੀ ਕਹਿੰਦਾ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਉਸ ਸਮੇਂ ਵੀ ਹੋ ਸਕਦਾ ਵਿਸ਼ਵਾਸੀ ਲੋਕ ਹੋਣ, ਖੁਦਾ ਦੇ ਵਿਸ਼ਵਾਸ ਕਰਨ ਵਾਲੇ ਲੋਕ ਹੋਣ, ਲੇਕਿਨ ਨਬੀ ਦੇ ਸੰਦੇਸ਼ ਨੂੰ ਉਹਨਾਂ ਨੇ ਰੱਦਿਆ ਤੇ ਮੌਤ ਵਿੱਚ ਚਲੇ ਗਏ। ਇਸ ਕਰਕੇ ਖੁਦਾ ਦਾ ਨਬੀ ਕਹਿੰਦਾ, ਨਬੀ ਨੇ ਕਿਹਾ ਠੀਕ ਹੈ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਨਬੀ ਕਹਿੰਦਾ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਕੀ ਮੈਂ ਇਹੋ ਜਿਹਾ ਕੋਈ ਲੱਭਾਂਗਾ ਜੋ ਮੇਰੇ ਵਚਨ ਉੱਤੇ ਖੜਾ ਰਹੇਗਾ ਅਤੇ ਕਹੇਗਾ ਹਰੇਕ ਵਚਨ ਸੱਚਾ ਹੈ। ਹੁਣ ਦੇਖੋ ਨਬੀ ਨੇ ਇਸ ਗੱਲ ਨੂੰ ਸਪਸ਼ਟ ਕਿਹਾ ਕਿ ਕੰਮਾਂ ਤੋਂ ਬਿਨਾ ਤੁਹਾਡੀ ਨਿਸ਼ਚਾ ਕੀ ਆ, ਮੁਰਦਾ ਆ। ਇਹ ਤੁਹਾਡੇ ਜੀਵਨ ਦੇ ਵਿੱਚ ਖੁਦਾ ਦੇ ਲਈ ਕੋਈ ਕੰਮ ਨਹੀਂ ਹੈ, ਤੁਸੀਂ ਕੋਈ ਕਰਮ ਨਹੀਂ ਕਰਦੇ। ਮੈਂ ਨਹੀਂ ਕਹਿ ਰਿਹਾ, ਹੁਣ ਬਾਈਬਲ 'ਚ ਸਾਫ਼ ਤੇ ਸਪਸ਼ਟ ਨਬੀ ਦੇ ਸੰਦੇਸ਼ ਦੇ ਵਿੱਚ ਲਿਖਿਆ ਠੀਕ ਹੈ ਕੰਮਾਂ ਤੋਂ ਬਿਨਾ ਨਿਸ਼ਚਾ ਮੁਰਦਾ ਹੈ। ਕੀ ਮੈਂ ਇਹੋ ਜਿਹਾ ਕੋਈ ਲੱਭਾਂਗਾ ਜੋ ਮੇਰੇ ਵਚਨ ਉੱਤੇ ਖੜਾ ਰਹੇਗਾ ਅਤੇ ਕਹੇਗਾ ਹਰੇਕ ਵਚਨ ਸੱਚਾ ਹੈ। ਮੈਂ ਨਹੀਂ ਡਰਦਾ, ਭਾਵੇਂ ਕੋਈ ਇਸ ਤਰ੍ਹਾਂ ਆਖਦਾ ਹੈ, ਕੋਈ ਉਸ ਤਰ੍ਹਾਂ ਆਖਦਾ ਹੈ ਜਾਂ ਕੋਈ ਕੁਛ ਆਖਦਾ ਹੈ। ਮੈਂ ਖੁਦਾ ਵਿੱਚ ਨਿਸ਼ਚਾ ਕਰਦਾ ਹਾਂ, ਮੈਂ ਕਬੂਲ ਕਰ ਰਿਹਾ ਹਾਂ ਅਤੇ ਮੈਂ ਉਸ ਵਚਨ ਉੱਤੇ ਖਲੋਤਾ ਹਾਂ। ਠੀਕ ਹੈ ਨਾ, ਇਹ ਗੱਲ ਹੈ। ਖੁਦਾ ਨੇ ਜਿਵੇਂ ਉਸ ਕਿਸ਼ਤੀ ਅਤੇ ਨੂਹ ਦੇ ਦਿਨਾਂ ਵਿੱਚ ਕੀਤਾ, ਉਸੇ ਤਰ੍ਹਾਂ ਬਚਾਏ ਜਾਣ ਲਈ ਇੱਕ ਕਲੀਸਿਆ ਨੂੰ ਤਿਆਰ ਕਰ ਰਿਹਾ ਹੈ। ਕਹਿੰਦਾ ਜਿੱਦਾਂ ਖੁਦਾ ਨੇ ਉਸ ਸਮੇਂ ਕੀਤਾ, ਅੱਜ ਵੀ ਖੁਦਾ ਆਪਣੇ ਲੋਕਾਂ ਨੂੰ ਇੱਕ ਕਲੀਸਿਆ ਨੂੰ ਤਿਆਰ ਕਰ ਰਿਹਾ ਹੈ। ਨੂਹ ਦੇ ਦਿਨਾਂ ਵਿੱਚ ਕੀਤਾ ਉਸੇ ਤਰ੍ਹਾਂ ਬਚਾਏ ਜਾਣ ਲਈ ਇੱਕ ਕਲੀਸਿਆ ਨੂੰ ਤਿਆਰ ਕਰ ਰਿਹਾ ਹੈ। ਅਤੇ ਅੱਜ ਮਸੀਹ ਦੀ ਦੇਹ ਹੀ ਉਹ ਕਿਸ਼ਤੀ ਹੈ, ਮਸੀਹ ਦੀ ਦੇਹ ਹੀ ਉਹ ਕਿਸ਼ਤੀ ਹੈ। ਅੱਜ ਕਿਸ਼ਤੀ ਕੌਣ ਆ? ਤੁਹਾਡੇ ਅੰਦਰ ਖੁਦਾ ਦਾ ਪਵਿੱਤਰ ਆਤਮਾ ਹੈ ਤੇ ਤੁਸੀਂ ਹੀ ਕਿਸ਼ਤੀ ਹੋ ਅੱਜ, ਕਿਉਂਕਿ ਨਬੀ ਨੇ ਸਾਫ਼ ਕਿਹਾ ਅੱਜ ਮਸੀਹ ਦੀ ਦੇਹ ਹੀ ਉਹ ਕਿਸ਼ਤੀ ਹੈ। ਮਸੀਹ ਦੀ ਦੇਹ ਉਹ ਕਿਸ਼ਤੀ ਹੈ ਜਿਹੜੀ ਉਸ ਪਾਣੀ ਦੇ ਉੱਪਰ ਤਰ ਗਈ ਸੀ। ਤੇ ਅੱਜ ਕਿਹੜਾ ਬੰਦਾ ਇਸ ਸੰਸਾਰ ਦੇ ਪਾਣੀ ਉੱਪਰ ਤੈਰ ਸਕਦਾ ਆ? ਉਹੀ ਮਨੁੱਖ ਤੈਰ ਸਕਦਾ ਜਿਹੜਾ ਖੁਦਾ ਤੋਂ ਸਿੱਖ ਰਿਹਾ ਆ, ਉਹਦੇ ਵਚਨਾਂ ਤੋਂ ਸਿੱਖ ਰਿਹਾ ਆ ਤੇ ਕੀ ਕਰ ਰਿਹਾ ਆ? ਉਹ ਕੀ ਕਰ ਰਿਹਾ? ਕੰਮ ਕਰ ਰਿਹਾ ਆ। ਨਿਸ਼ਚਾ ਤਾਂ ਕਰ ਰਿਹਾ, ਕਰਮ ਵੀ ਕਰ ਰਿਹਾ। ਇਸ ਕਰਕੇ ਨਬੀ ਕਹਿੰਦਾ ਕੰਮਾਂ ਤੋਂ ਬਿਨਾਂ ਨਿਸ਼ਚਾ ਮੁਰਦਾ ਹੈ, ਜੇ ਤੁਹਾਡੇ ਜੀਵਨ 'ਚ ਕੰਮ ਨਹੀਂ ਹੈ। ਲੇਕਿਨ ਜੇ ਤੁਸੀਂ ਮਸੀਹ ਦੀ ਦੇਹ ਹੋ, ਤੁਸੀਂ ਕੰਮ ਵੀ ਕਰ ਰਹੇ ਹੋ ਤੇ ਨਿਸ਼ਚਾ ਵੀ ਕਰ ਰਹੇ ਹੋ, ਤੇ ਬਹੁਤ ਵਧੀਆ ਗੱਲ ਆ। ਠੀਕ ਹੈ ਨਾ, ਇਸ ਕਰਕੇ ਖੁਦਾ ਕਹਿੰਦਾ ਉਹ ਆਪਣੇ ਲੋਕਾਂ ਨੂੰ ਸਿਖਾਉਂਦਾ ਆ, ਬਿਨਾਂ ਸਿਖਾਏ ਕਦੇ ਵੀ ਉਹ ਆਪਣੇ ਲੋਕਾਂ ਨੂੰ ਇਸਤੇਮਾਲ ਨਹੀਂ ਕਰਦਾ। ਹੋ ਸਕਦਾ ਹੈ ਤੁਸੀਂ ਬਹੁਤ ਵਧੀਆ ਬੋਲਣ ਵਾਲੇ ਨਾ ਹੋਵੋ, ਨਬੀ ਕਹਿੰਦਾ ਹੋ ਸਕਦਾ ਤੁਸੀਂ ਬਹੁਤ ਵਧੀਆ ਬੋਲਣ ਵਾਲੇ ਨਾ ਹੋਵੋ, ਤੁਸੀਂ ਬਹੁਤ ਪੜ੍ਹੇ ਲਿਖੇ ਨਾ ਹੋ ਸਕਦਾ ਤੁਸੀਂ ਅਨਪੜ੍ਹ ਹੋ ਸਕਦਾ ਹੈ ਤੁਸੀਂ ਇੱਕ ਪ੍ਰਚਾਰਕ ਨਾ ਹੋ ਸਕਦਾ ਹੈ ਤੁਸੀਂ ਇੱਕ ਗਵਈਏ ਨਾ ਹੋਵੋ,
ਪਰ ਜੋ ਤੁਹਾਡੇ ਕੋਲ ਹੈ ਤੁਸੀਂ ਉਸ ਨੂੰ ਇਸਤੇਮਾਲ ਕਰੋ। ਉਹ ਕਹਿੰਦਾ ਤੁਸੀਂ ਅਨਪੜ੍ਹ ਹੋ ਸਕਦੇ ਹੋ, ਬਹੁਤ ਪੜ੍ਹੇ ਲਿਖੇ ਨਹੀਂ ਹੋ ਸਕਦੇ, ਤੁਸੀਂ ਇੱਕ ਪ੍ਰਚਾਰਕ ਇੱਕ ਪਾਸਟਰ ਨਹੀਂ ਹੋ ਸਕਦੇ, ਹੋ ਸਕਦਾ ਤੁਸੀਂ ਇੱਕ ਵਧੀਆ ਗਾਣ ਵਾਲੇ ਵੀ ਨਾ ਹੋ, ਲੇਕਿਨ ਪਰ ਜੇ ਤੁਹਾਡੇ ਕੋਲ ਉਸ ਦਾ ਇਸਤੇਮਾਲ, ਕਹਿੰਦਾ ਪਰ ਜੋ ਤੁਹਾਡੇ ਕੋਲ ਹੈ ਉਸ ਦਾ ਇਸਤੇਮਾਲ ਕਰੋ, ਤੁਸੀਂ ਗਵਾਹੀ ਦੇ ਸਕਦੇ ਹੋ, ਤੁਸੀਂ ਕੁਛ ਨਾ ਕੁਛ ਕਰ ਸਕਦੇ ਹੋ, ਜਿੱਤ ਪਾਓ। ਹਾਲੇਲੂਇਆ। ਉਹ ਕਹਿੰਦਾ ਜੇ ਤੁਹਾਡੇ ਕੋਲ ਕੁਛ ਨਹੀਂ ਆ, ਕੱਲੀ ਗਵਾਹੀ ਦੇ ਦਿਓ ਖੁਦਾ ਦੀ। ਤੁਸੀਂ ਪ੍ਰਚਾਰਕ ਨਹੀਂ ਹੋ, ਤੁਸੀਂ ਵਧੀਆ ਗਾ ਨਹੀਂ ਸਕਦੇ, ਕੋਈ ਗੱਲ ਨਹੀਂ। ਤੁਸੀਂ ਬਹੁਤ ਪੜ੍ਹੇ ਲਿਖੇ ਨਹੀਂ ਹੋ, ਕੋਈ ਗੱਲ ਨਹੀਂ। ਤੁਸੀਂ ਅਨਪੜ੍ਹ ਹੋ, ਕੋਈ ਗੱਲ ਨਹੀਂ। ਲੇਕਿਨ ਤੁਸੀਂ ਆਪਣੇ ਜੀਵਨ ਦੀ ਗਵਾਹੀ ਤਾਂ ਦੇ ਸਕਦੇ ਹੋ ਵੀ ਮੈਂ ਸਮੇਂ ਦੇ ਸੰਦੇਸ਼ ਦੇ ਵਚਨ ਦੇ ਨਾਲ ਜੀਵਨ ਬਤੀਤ ਕਰ ਰਿਹਾ ਹਾਂ, ਕਰ ਰਹੀ ਹਾਂ। ਕੱਲੀ ਗਵਾਹੀ ਦਿਓ। ਜੇ ਤੁਹਾਡੇ ਕੋਲ ਕੁਝ ਵੀ ਕਰਨ ਦੇ ਲਈ ਨਹੀਂ ਹੈ ਤਾਂ ਕੱਲੀ ਗਵਾਹੀ ਦਿਓ। ਲੇਕਿਨ ਤੁਸੀਂ ਦੇਖੋ ਜਿਹੜੇ ਲੋਕ ਖੁਦਾ ਦੇ ਆਤਮਾ ਦੁਆਰਾ ਚੱਲ ਰਹੇ ਹਨ, ਉਹ ਖੁਦਾ ਨੂੰ ਕਹਿੰਦੇ ਹਨ ਪ੍ਰਭੂ ਜੀ ਜੋ ਤੂੰ ਕਹੇਗਾ ਅਸੀਂ ਕਰਾਂਗੇ, ਅਸੀਂ ਲੋਕਾਂ ਦੀ ਪਰਵਾਹ ਨਹੀਂ ਕਰਨੀ। ਲੇਕਿਨ ਸਰੀਰਕ ਬੰਦਾ ਕੀ ਕਰਦਾ? ਰਿਸ਼ਤੇਦਾਰੀਆਂ ਦੀ ਪਰਵਾਹ ਕਰਦਾ, ਲੋਕਾਂ ਦੀ ਪਰਵਾਹ ਕਰਦਾ। ਇਹੋ ਜਿਹਾ ਭੈਣ ਭਾਈ ਕਦੇ ਵੀ ਖੁਦਾ ਦੇ ਰਾਜ ਵਿੱਚ ਉਠਾਇਆ ਨਹੀਂ ਜਾਵੇਗਾ। ਲੇਕਿਨ ਜਿਹਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ ਉਹ ਖੁਦਾ ਦੇ ਰਾਜ ਵਿੱਚ ਉਠਾਇਆ ਜਾਵੇਗਾ। ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, मैं तेरा धन्यवाद करदा सचमुच खुदा बंदा। प्रभु यीशु मसीह जो तू आज छोटा संदेश देता है तैयारी का खुदा बंदा, सचमुच तू अपने लोगों की तैयारी करवा रहा है प्रभु जी। तू मूसा की तैयारी कराई सी खुदा बंदा, तू इब्राहिम की तैयारी करवाई सी खुदा बंद, तू मेरे महान पिता नूह नूं भी तैयारी करवाई सी खुदा बंदा। प्रभु यीशु मसीह तू हरेक मनुख नूं प्रभु यीशु मसीह तैयारी विच लैके जा रहा है खुदा बंदा। सचमुच जो तक खुदाबंद कोई मनुख तैयार नहीं होगा तेरे राज विच उठाया नहीं जाएगा। इस तरह खुदाबंद प्रभु जी तू अज भी अपनी दुल्हन नूं तैयारी करवा रहा है खुदा बंदा। तेरी दुल्हन वचन दे नाल तैयार हो रही है खुदा बंदा, वचन दे नाल श्रृंगार कर रही है ते खुदाबंद तू श्रृंगारी हुई दुल्हन नूं अपने उन्हां पवित्र लोकां नूं अपने नाल ले जावेगा प्रभु जी, जिन्हां ने संसार वाल नहीं खुदा बंदा तेरे वचन वाल देखा। चाहे लोगों ने तेरे लोगों का मजाक उड़ाया, लेकिन प्रभु जी तेरे लोगों ने तेरे पवित्र आत्मा पाए हुए लोगों ने संसार वाल नहीं देखा प्रभु जी, हमेशा उसने तेरे वचन वाल देखा है खुदावन। लोगों ने नूह का मजाक उड़ाया सी खुदावन, क्योंकि उस समय बहुत टेक्नोलॉजी सी प्रभु जी, लेकिन खुदावन प्रभु यीशु मसीह नूह ने प्रभु जी उस चीज़ों को नहीं देखा भी लोग मेरा मजाक उड़ाते हैं। उसने तेरी किश्ती बनानी जारी रखी खुदावंदा, अपना सब प्रभु जी जीवन उसने त्याग दिता ते खुदावन तेरी किश्ती की तैयारी की खुदावन, ते उस किश्ती के द्वारा उसको जीवन मिलिया मेरे महान पिता। इस तरह तेरा नबी कहता है प्रभु यीशु मसीह तुझी भी आज दी किश्तियां हो ते सचमुच खुदावन प्रभु यीशु मसीह जो कोई आत्मा के द्वारा चल रहा है वो तेरी किश्ती बन गया है खुदावंदा, ते उसको कोई संसार का पानी डुबो नहीं सकता। तो दया कर कृपा कर प्रभु यीशु मसीह, समा बहुत थोड़ा रह गया है खुदावंदा। जिन्हें लोग तेरे वचन तो बाहर हैं, हटीले हैं, ढीठ हो चुके हैं खुदावंदा, उन्होंने समझ और बुद्ध दे ताकि तेरे वचन को पहल दे सकन खुदावंदा, तेरे कम्मां नूं पहल दे सकन खुदावंदा, ना कि अपने रिश्तेदारियां नूं मेरे महान पिता प्रभु जी, संसारिक लोगों को पहल देना प्रभु जी, क्योंकि तेरे लोग हमेशा प्रभु जी तेरे वचन को पहल देंगे हैं। ते खुदावन प्रभु यीशु मसीह तो यह लोगों को पसंद करता है, ते यहो जे लोगों को तू लैन आ रहा है प्रभु जी, कोई होर नहीं, वो तेरी दुल्हन है जिसको तू लैन आ रहा है। दया कर कृपा कर, तू जल्दी आ प्रभु यीशु मसीह, जिद तक तू नहीं आता इस तरह तेरी महिमा ते बड़ाई करते जाइए। सारा आदर जलाल महिमा प्रभु यीशु मसीह के सामर्थ्य नाम देना, आमीन।